ਹੈਲੋ ਲਰਨਰਸ, ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 8ਵੀਂ ਜਮਾਤ ਦੇ ਗਣਿਤ ਵਿਸ਼ੇ ਬਾਰੇ ਗੱਲਬਾਤ ਕਰ ਰਹੇ ਹਾਂ। ਹੁਣ ਤੱਕ ਅਸੀਂ ਅਭਿਆਸ 7.9 ਤੱਕ ਭਾਵ 7ਵੇਂ ਅਧਿਆਇ ਤੱਕ ਕੰਪਲੀਟ ਕਰਕੇ ਆ ਚੁੱਕੇ ਹਾਂ। ਸਾਰੀ ਵੀਡੀਓਜ਼ ਸਾਡੇ ਚੈਨਲ ਉੱਤੇ ਮੌਜੂਦ ਹੈ, ਤੁਸੀਂ ਜਾ ਕੇ ਦੇਖ ਸਕਦੇ ਹੋ। ਅੱਜ ਅਸੀਂ ਗੱਲ ਕਰਾਂਗੇ ਅਧਿਆਇ 8 ਭਾਵ ਬੀਜ ਗਣਿਤਕ ਵਿਅੰਜਕ ਅਤੇ ਤਤਸਮਕ ਦੀ। ਇਹਦੇ ਵਿੱਚ ਕੁਝ ਜਾਣੇ ਪਛਾਣੇ ਸ਼ਬਦ ਨੇ, ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਚਲਾਂ ਬਾਰੇ, ਅਚਲ ਸੰਖਿਆਵਾਂ ਬਾਰੇ, ਠੀਕ ਹੈ, ਵਿਅੰਜਕਾਂ ਬਾਰੇ। ਤਾਂ ਇਹ ਕੁਝ ਜਾਣੇ ਪਛਾਣੇ ਸ਼ਬਦ ਨੇ ਜਿਹੜੇ ਅਸੀਂ ਅੱਖਰ ਸੁਣ ਕੇ ਆਏ ਹਾਂ 7ਵੀਂ ਜਮਾਤ ਦੇ ਵਿੱਚ। 7ਵੀਂ ਜਮਾਤ ਦੇ ਵਿੱਚ ਅਸੀਂ ਗੱਲ ਕੀਤੀ ਸੀ ਚਲਾਂ ਦੀ, ਕੀਤੀ ਸੀ, ਹਾਂਜੀ, ਚਲਾਂ ਬਾਰੇ। ਚਲ ਇਸ ਤਰ੍ਹਾਂ ਦੀ ਸੰਖਿਆਵਾਂ ਹੁੰਦੀਆਂ ਜਿਨ੍ਹਾਂ ਦੇ ਮੁੱਲ ਬਦਲਦੇ ਰਹਿੰਦੇ ਆ ਕੰਡੀਸ਼ਨ ਦੇ ਹਿਸਾਬ ਨਾਲ, ਜਿਵੇਂ ਕਿ XYZ ABC, ਇਸ ਤਰ੍ਹਾਂ ਦੀ ਕੋਈ ਵੀ ਸੰਖਿਆਵਾਂ, ਇਹਨਾਂ ਨੂੰ ਅਸੀਂ ਚਲ ਸੰਖਿਆਵਾਂ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਹੈ ਅਚਲ ਸੰਖਿਆਵਾਂ। ਅਚਲ ਸੰਖਿਆਵਾਂ ਕਿਹੜੀਆਂ ਹੁੰਦੀਆਂ? ਜਿਨ੍ਹਾਂ ਦਾ ਮੁੱਲ ਨਹੀਂ ਬਦਲਦਾ, ਜਿਵੇਂ ਕਿ 1 2 -3 -4/7, ਠੀਕ ਹੈ। ਕੋਈ ਵੀ ਇਸ ਤਰ੍ਹਾਂ ਦੀ ਸੰਖਿਆ 3.15 ਪਾਈ, ਠੀਕ ਹੈ, √5, ਇਸ ਤਰ੍ਹਾਂ ਦੀ ਸੰਖਿਆਵਾਂ। ਇਹ ਕਿਹੜੀਆਂ ਸੰਖਿਆਵਾਂ ਹੈ? ਅਚਲ ਸੰਖਿਆਵਾਂ। ਇਹਨਾਂ ਦਾ ਮੁੱਲ ਨਹੀਂ ਬਦਲ ਸਕਦਾ, ਕਿਸੇ ਵੀ ਕੰਡੀਸ਼ਨ ਦੇ ਵਿੱਚ ਇਹਨਾਂ ਦਾ ਮੁੱਲ ਸੇਮ ਰਹਿੰਦਾ, ਠੀਕ ਹੈ। ਹੁਣ ਅਸੀਂ ਗੱਲ ਕਰਾਂਗੇ ਇਸ ਚੈਪਟਰ ਦੇ ਵਿੱਚ ਵਿਅੰਜਕਾਂ ਬਾਰੇ, ਠੀਕ ਹੈ। ਵਿਅੰਜਕ ਕੀ ਹੁੰਦੇ ਆ ਪਹਿਲਾਂ ਅਸੀਂ ਦੇਖਦੇ ਹਾਂ। ਵਿਅੰਜਕ, ਠੀਕ ਹੈ। ਵਿਅੰਜਕ ਹੈ, ਮੰਨ ਲਓ ਕੋਈ ਸੰਖਿਆ ਹੈ 2x, ਠੀਕ ਹੈ, ਉਹਦੇ ਵਿੱਚ ਅਸੀਂ ਜੋੜਿਆ 7, ਤਾਂ ਇਹ ਕਿਹਦੇ ਨਾਲ ਬਣਿਆ ਹੈ? ਇੱਕ ਤਾਂ ਚਲ ਸੰਖਿਆ x, ਜਿਹਨੂੰ ਅਸੀਂ ਗੁਣਾ ਕੀਤਾ 2 ਦੇ ਨਾਲ, ਯਾਨੀ ਕਿ x ਦਾ ਗੁਣਾਂਕ ਜਿਹੜਾ ਹੈ ਉਹ 2 ਹੈ। x ਦਾ ਜਿਹੜਾ ਗੁਣਾਂਕ ਹੈ, ਇਹ ਗੁਣਾਂਕਾਂ ਦੀ ਗੱਲ ਅਸੀਂ 7ਵੀਂ ਜਮਾਤ ਦੇ ਵਿੱਚ ਕਰਕੇ ਆਏ ਹਾਂ, ਠੀਕ ਹੈ। ਤੇ ਇੱਕ ਹੈ ਅਚਲ ਸੰਖਿਆ 7, ਤੇ ਇਹ ਕੰਪਲੀਟ ਕੀ ਬਣ ਗਿਆ ਆਪਣੇ ਕੋਲ? ਵਿਅੰਜਕ, ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਐਲਜੇਬਰਾਇਕ ਐਕਸਪ੍ਰੈਸ਼ਨ ਕਹਿ ਦਿੰਦੇ ਹਾਂ, ਠੀਕ ਹੈ। ਐਲਜੇਬਰਾਇਕ ਐਕਸਪ੍ਰੈਸ਼ਨ ਦੇ ਨਾਲ ਅਸੀਂ ਇਹਨੂੰ ਮੈਂਸ਼ਨ ਕਰ ਦਿੰਦੇ ਹਾਂ। ਹੁਣ ਅਸੀਂ ਦੇਖਾਂਗੇ ਕਿ ਸੰਖਿਆ ਰੇਖਾ ਦੇ ਉੱਤੇ ਅਸੀਂ ਇਹਨਾਂ ਨੂੰ ਕਿਵੇਂ ਦਰਸਾ ਸਕਦੇ ਹਾਂ। ਥੋੜੀ ਬੇਸਿਕ ਜਾਣਕਾਰੀ ਮੈਂ ਤੁਹਾਨੂੰ ਦੇਣਾ ਚਾਹੁੰਦੀ ਹਾਂ ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ, ਠੀਕ ਹੈ। ਜਿਵੇਂ ਕਿ ਮੰਨ ਲਓ ਕੋਈ ਸੰਖਿਆ ਹੈ x + 3, ਅਸੀਂ x ਨੂੰ ਕੁਛ ਵੀ ਮੰਨ ਲਿਆ, x ਕੋਈ ਵੀ ਮੁੱਲ ਹੈ, ਠੀਕ ਹੈ। ਮੰਨ ਲਓ ਇਹ ਸੰਖਿਆ ਰੇਖਾ ਹੈ ਜਿਹਦੇ ਉੱਤੇ ਇਹ 0 ਹੈ, ਠੀਕ ਹੈ। 0 ਦੇ ਇਸ ਪਾਸੇ ऋणात्मक ਸੰਖਿਆਵਾਂ, ਇਸ ਪਾਸੇ ਧਨਾਤਮਕ ਸੰਖਿਆਵਾਂ। ਅਸੀਂ ਮੰਨ ਲਿਆ ਕਿ ਜਿਹੜੀ x ਹੈ ਉਹ ਕੋਈ ਧਨਾਤਮਕ ਸੰਖਿਆ ਹੈ, ਆਪਦੇ ਵੱਲੋਂ ਹੀ ਮੰਨ ਲਿਆ, ਠੀਕ ਹੈ। ਤਾਂ ਅਸੀਂ ਮੰਨ ਲਿਆ ਕਿ ਇੱਥੇ ਤੱਕ ਤਾਂ x ਹੈ, x ਦੇ ਅੱਗੇ ਫਿਰ ਕਿੰਨਾ ਜੋੜਨਾ ਹੈ? ਅਸੀਂ 3 ਜੋੜਨਾ ਹੈ, ਤਾਂ ਇਹ ਅਸੀਂ 3 ਜੋੜ ਲਿਆ, ਤੇ ਇਹ ਕਿੰਨਾ ਬਣ ਗਿਆ? ਪੂਰਾ ਦਾ ਪੂਰਾ x + 3। ਇਹ ਇੱਕ ਐਲਜੇਬਰਾਇਕ ਐਕਸਪ੍ਰੈਸ਼ਨ ਬਣ ਗਿਆ ਸੰਖਿਆ ਰੇਖਾ ਦੇ ਉੱਤੇ, ਠੀਕ ਹੈ। ਉਸ ਤੋਂ ਬਾਅਦ ਇੱਕ ਗੱਲ ਹੋਰ ਕਲੀਅਰ ਕਰਨਾ ਚਾਹਾਂਗੀ ਕਿ ਪਦ ਕੀ ਹੁੰਦੇ ਆ, ਜਾਂ ਜਿਹਨੂੰ ਅਸੀਂ ਟਰਮਸ ਕਹਿ ਦਿੰਦੇ ਹਾਂ, ਠੀਕ ਹੈ। ਪਦ ਜਾਂ ਟਰਮਸ। ਜਦੋਂ ਕਿਸੇ ਚਲ ਸੰਖਿਆ ਨੂੰ ਅਚਲ ਸੰਖਿਆ ਦੇ ਨਾਲ ਗੁਣਾ ਕੀਤਾ ਜਾਂਦਾ ਹੈ ਤਾਂ ਇਹ ਇੱਕ ਪੂਰੀ ਦੀ ਪੂਰੀ ਟਰਮ ਬਣ ਜਾਂਦੀ ਹੈ, ਠੀਕ ਹੈ। ਜਿਵੇਂ ਕਿ 7x, ਚਲ ਸੰਖਿਆਵਾਂ 2 ਵੀ ਹੋ ਸਕਦੀਆਂ, ਜਿਵੇਂ ਕਿ ਚਲ ਪਹਿਲਾ ਚਲ ਤੇ ਦੂਸਰਾ ਚਲ, ਠੀਕ ਹੈ। ਜਾਂ ਫਿਰ 2xy, ਜਾਂ ਫਿਰ 7xz, ਜਾਂ ਫਿਰ 3x⁻²। ਦੇਖੋ ਇਹਦੇ 'ਚ ਕੀ ਹੈ? ਇੱਕ ਅਚਲ ਸੰਖਿਆ ਹੈ ਤੇ ਇੱਕ ਚਲ ਸੰਖਿਆ ਹੈ, ਉਹਦੀ ਘਾਤ ਕਿੰਨੀ ਵੀ ਹੋ ਸਕਦੀ ਹੈ, ਠੀਕ ਹੈ। ਜਾਂ ਫਿਰ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ 10x² ਇਹ ਪੂਰਾ ਦਾ ਪੂਰਾ ਇੱਕ ਪਦ ਹੈ, ਜਿਹਨੂੰ ਅਸੀਂ ਟਰਮ ਕਹਿ ਦਿੰਦੇ ਹਾਂ, ਠੀਕ ਹੈ, ਟਰਮ ਜਾਂ ਪਦ, ਠੀਕ ਹੈ। ਉਸ ਤੋਂ ਬਾਅਦ ਹੈ ਗੁਣਨਖੰਡ। ਗੁਣਨਖੰਡ ਕੀ ਹੈ? ਜਿਵੇਂ ਆ ਹੈ, ਆਪਾਂ ਇੱਕ ਟਰਮ ਲੈ ਲਈ, ਟਰਮ ਕਿਹਦੇ ਨਾਲ ਬਣੀ ਹੈ, ਕਿਹਨੂੰ ਗੁਣਾ ਕਰਕੇ ਬਣੀ ਹੈ, ਉਹਦੇ ਗੁਣਨਖੰਡ ਹੈ। ਜਿਵੇਂ ਕਿ 2x ਤੇ y ਨੂੰ ਗੁਣਾ ਕਰਨ ਤੇ 2xy ਬਣਿਆ, ਤੇ ਇਹਦੇ ਗੁਣਨਖੰਡ ਕਿਹੜੇ ਹੈ? 2x ਤੇ y, ਇਸ ਦੇ ਗੁਣਨਖੰਡ ਹੈ, ਠੀਕ ਹੈ। ਇਸੇ ਤਰ੍ਹਾਂ ਇਹਦੇ ਕੀ ਨੇ? 7x ਤੇ z, ਇਹਦੇ ਕੀ ਹੈ? 3x ਤੇ x, ਇਹ ਇਹਦੇ ਗੁਣਨਖੰਡ ਹੈ,
ठीक है जी। उस तो बाद है गुणांक। गुणांक की गल असी 7वीं क्लास ਦੇ ਵਿੱਚ ਵੀ ਕੀਤੀ ਸੀ, ਹੁਣ ਵੀ ਵੇਖ ਲੈਂਦੇ ਹਾਂ। गुणांक की ਹੁੰਦਾ है, ਜਿਹੜੀ भी अचल संख्या लगी है, चल संख्या ਦੇ ਨਾਲ ਜਿਹੜੀ अचल संख्या लगी है ਉਹ उसका गुणांक है। ਜਿਵੇਂ कि इस केस ਦੇ ਵਿੱਚ 7 ਇਸ ਦਾ गुणांक है, इस केस ਦੇ ਵਿੱਚ 2 गुणांक है, इस केस ਦੇ ਵਿੱਚ भी 7 गुणांक है, इस केस ਦੇ ਵਿੱਚ 3 गुणांक है, इस केस ਦੇ ਵਿੱਚ 10 गुणांक है। मान लो कोई संख्या है -x² y, तो इस दा गुणांक की है, इस दा गुणांक है -1। ठीक है, इस तरीके नाल असीं गुणांक बारे दस सकते हैं। उस तो बाद है कि एक पदी की हुंदी है, एक पदी, दो पदी, ते तीन पदी। इस तो बाद बहुपदी। ठीक है, एक पदी जिन्हों इंग्लिश दे विच असीं मोनोनोमियल कह दिंदे हां। ठीक है, दो पदी, जिसनों इंग्लिश दे विच असीं बायनोमियल कह दिंदे हां। ठीक है, तीन पदी जिसनों असीं ट्राइनोमियल कह दें। बहुपदी जिसनों असी पोलीनोमियल कह दें। ठीक है, एक पदी वो है जिहदे विच सिर्फ एक टर्म हुंदी है। जिवें कि मान लो एक टर्म की हुंदी है जिहड़ी एक गुणांक अते चला नाल बनी होवे, गुणनखंड नाल बनी होवे। जिवें कि इहदे विच एक ही टर्म है, जिवें कि 3x², ये भी एक टर्म है। जिवें कि 4x/7, ये भी एक टर्म है। ठीक है, दो पदी किवें होएगी, जिवें कि मैं लिख दिंदी हाँ 2xy, आ वाली लिखती, इहदे नाल कुछ होर ऐड करता, जिवें कि 3x आ ऐड करता। ठीक है, आ दो पदी बन गई। या जिवें आ है 3x², इहदे विच मैं 7 ऐड करता, दो पदी बन गई। दो अलग अलग टर्म्स दे नाल असीं जोड़ के इहनूं बनाता। या जिवें आ है 4x/7 - 2y/3, एक ही है, दो पदी है। ठीक है, सिंपल जी चल संख्यावां है जिन्हों जिवें 3 है, -4 है, ये भी एक पदी च ही आती है। ठीक है, तीन पदी की है जदों तीन पदां नूं असीं आपस दे विच मतलब जोड़ दिंदे आ या घटा दिंदे आ, कोई भी ऑपरेशन जोड़ घटाओ दा आपस दे विच कर दिंदे आ। जिवें कि x² - 3x + 5, ये 3 टर्म्स हो गई है ना। जिवें कि 3x² - 2x + 7, आ 2 सी, आ की बन गया देखो 3। जिवें कि 4x/7 - 2y/3 + 3x²/11, एक ही है, तीन पदी है। ठीक है, बहुपदी ਜਿਹੜੇ 3 ਤੋਂ ਜ਼ਿਆਦਾ ਜਿਨ੍ਹਾਂ ਦੇ ਵਿੱਚ ਟਰਮ ਹੋਣ, 3 ਤੋਂ ਜ਼ਿਆਦਾ ਜਿਨ੍ਹਾਂ ਦੇ ਵਿੱਚ ਟਰਮ ਹੋਣ, ਮੰਨ ਲਓ 4 ਹੋਣ, 5 ਹੋਣ। ਜਿਵੇਂ ਕਿ ਫੋਰ ਐਗਜ਼ਾਮਪਲ ਆਪਾਂ ਇੱਕ ਦੇਖ ਲੈਂਦੇ ਹਾਂ, x² + 3x - 5 + x³ - x⁻7। ਇਹ ਕੀ ਹੈ ਦੇਖੋ, ਇਹਦੇ 'ਚ ਕਿੰਨੀਆਂ ਹੈ, 1 2 3 4 5, 5 ਤਰ੍ਹਾਂ ਦੀ 5 ਹੈ ਨਾ ਇਹਦੇ ਵਿੱਚ ਟਰਮਸ। ਤਾਂ एक ये बहुपदी है या पॉलीनोमियल है। हुण इस तो बाद आती है एक गल होर है कि समान पद अते असमान पद, जिन्हां नूं असीं कह दिंदे हां सिमिलर टर्म, लाइक टर्म या अनलाइक टर्म, लाइक या अनलाइक। ठीक है, समान पद या असमान पद। ठीक है जी, समान पद वो है जिन्हां दे विच गुणांक तो अलग हो सकते हैं पर जिहड़े पिछे चल लगे है वो इक्को वर्गे होणगे। मान लो मैं इत्थे लिखिया 7xy, तो इस दा समान पद किहड़ा होएगा, जिवें मान लो मैं चल अचल संख्या बदलती, जिवें 2 बदल 7 की थां ते 2 लिखता, पर पिछे जिहड़े चल है ना वो इक्को वर्गे होणगे। जिवें इत्थे xy है तो इत्थे xy होणगे। जे मैं आ लिखदी हां ना 2x² तो ये सेम नहीं है, ये सेम नहीं है, क्योंकि इहदे विच x दी घात 2 बन गई, अलग है। ਇਹਦੇ ਸਮਾਨ ਕਿਹੜੇ ਕਿਹੜੇ ਹੋਣਗੇ, 2xy - 4xy
-7/3xy, मतलब जिहदे पिछे xy लग्या होएगा। चल संख्या अचल संख्या बदल सकती है, चल संख्या नहीं बदल सकती, ठीक है। उस तो बाद है असमान पद, हुणे दस्सिया जिवें 7xy है तो इत्थे मैं लिखता मान लो -7x² y, तो देखो इत्थे xy है, इत्थे x² y है, अलग अलग है, तो ये असमान पद है या कि या आप कह सकते हैं कि अनलाइक टर्म्स है। या जिवें कहता कि इत्थे मान लो मैं 2x² y लिख दी हाँ, इत्थे मैं लिख दिनी हाँ 2xy²। हुण देखो दो तो बिल्कुल इक्को वर्गा है, ठीक है, पर कन्फ्यूज़ कित्थे है नहीं होना। देखो इत्थे x एक बारी है, इत्थे x की घात 2 है, इत्थे y एक बारी है तो इत्थे y की घात 2 है, ये अलग अलग है, ये असमान पद है। तो जदों भी पदां दी जोड़ घटाओ हो सकती है वो समान पदां दी हो सकती है, जोड़ घटाओ कदे भी असमान पदां दी नहीं हो सकती। ये गल बहुत इंपॉर्टेंट है, पूरी एक्सरसाइज दे विच यही यूज़ होनी है। जोड़ घटाओ सिर्फ तो सिर्फ समान पदां दी हो सकती है, असमान पदां दी जोड़ घटाओ नहीं कर सकते, ठीक है जी। ये कुछ बेसिक गल्लां ने। इस तो बाद आप एक्सरसाइज दे उत्ते चलने हैं, आप देखते हैं क्वेश्चन सॉल्व करके। पहला क्वेश्चन है कि एक चल अते दो चलों वाले व्यंजकों दियां 5 उदाहरणां लिखो, ठीक है। एक चल अते दो चलों वाले व्यंजकों दियां 5 उदाहरणां लिखो। तो पहला एक चल वाले व्यंजकों की उदाहरण लिखते हैं। एक चल का मतलब है जिहदे च एक ही वेरीएबल होवे, मतलब x y z इन्हां विचों जिहड़ा भी होवे एक बारी होवे, बाकी जो मर्जी होवे, ठीक है। तो आपां लिख लैंदे आ जिवें कि मैं लिखदी हाँ 3x+5, ये पहली उदाहरण है, ठीक है। ਇਹਦੇ 'ਚ देखो एक ही है x, होर कोई नहीं है, बाकी चल संख्यावां ने। दूसरा लिख देनी है मैं 7y-2, 7y-2। तीसरा लिख देनी है मैं 5a+7, ठीक है। चौथा लिख देनी हाँ जिवें कि तुसीं भी सोचो कोई उदाहरण, जिवें मैं लिखता 4m² है ना। देखो हुण मैं 2 घात लगाई है पर चल तो एक ही है ना, m ही है ना, होर तो कोई नहीं गा इस तो इलावा। तो 4m² + 6। पंजवीं उदाहरण जिवें मैं लिखता 9a, ठीक है। ये भी की है एक चल वाला समीकरण है, एक चल ही है ये, वो कोई गल नहीं भी टर्म्स तो उन्होंने कही नहीं अपन कितनियां लैनियां, मैं 2 लै लियां, कई किसी 'च एक लै ली, तुसीं ज़्यादा भी लै सकते हो, ठीक है। उस तो बाद है दो चलों वाले च उदाहरण वेखो। दो चलों वाले व्यंजकों के विच उदाहरण मैं लिखना चाहांगी जिवें कि 3x+2y, बिल्कुल ईजी। देखो दो चल है, दो चल x अते y, दो चल ये मैं लई, ठीक है। दूजी उदाहरण जिवें मैं लै ली 4a-5b, ठीक है। तीजी उदाहरण जिवें मैं लै ली 2x² + 3xy + y²। देखो एवें लग रहा है कि बहुत सारा कुछ है, पर देखो चल तो दो ही है, x अते y, इधर भी x अते y, ठीक है। फोर्थ मैं एग्जाम्पल जे लवां 5a/2 - 3b, ठीक है। ये भी की है दो चल किहड़े किहड़े है, a अते b, इहदे विच x अते y सी, इहदे विच भी a ते b सी, इहदे विच x अते y सी। आपां एक होर लैना PQ वाला कोई लै लैंदे आ जिवें कि 7p + 9q - 2, ਇਹਦੇ 'ਚ ਕਿਹੜੇ ਚੱਲ ਹੈ p ਅਤੇ q, दो तरह के ਚੱਲ है, ठीक है। ये उदाहरण हो गई, मतलब तुसी आपदे हिसाब नाल इन्हां नूं बदल भी सकते हो, पर रोज़ नहीं बदलने। उन्होंने जो एक चल किया तो वो एक चल ही होना चाहिए, जो उन्होंने दो चल कहे तो वो दो चल ही होने चाहिए, ठीक है। अगले क्वेश्चन पर चलते हैं। कहते बनाओ, की बनाना है। पहला क्वेश्चन है x नूं चल लैके 3 बहुपद बनाने हैं, ठीक है। 3 बहुपद का मतलब है जिहदे विच x चल होवे, ते बहुपद का मतलब है
ਕੁਛ ਵੀ ਹੋਵੇ, ਇੱਕ ਪਦੀ ਵੀ ਹੋ ਸਕਦਾ, ਦੋ ਪਦੀ ਵੀ, ਤਿੰਨ ਪਦੀ ਵੀ, ਜਾਂ ਬਹੁਪਦ ਵੀ ਹੋ ਸਕਦਾ ਹੈ। ਤਾਂ ਅਸੀਂ ਦੇਖਦੇ ਹਾਂ, ਪਹਿਲੇ ਮੈਂ ਬਣਾਈ, ਸੇਮ ਹੀ ਬਣਾ ਲੈਂਦੇ ਹਾਂ। 3x + 5 ਇਹ ਇੱਕ ਵਿਅੰਜਕ ਹੈ, ਬਹੁਪਦ ਹੈ, ਠੀਕ ਹੈ। ਕਿੰਨੀ ਪਦੀ ਹੈ? ਦੋ ਪਦੀ ਹੈ। ਦੂਜੀ ਮੈਂ ਬਣਾ ਲਈ, ABC ਨਾਮ ਦਿੰਦੇ ਕਿਉਂਕਿ 1 2 ਤਾਂ ਇਹਨਾਂ ਨੇ ਦਿੱਤਾ ਹੋਇਆ। ਦੂਜੀ ਮੈਂ ਬਣਾਈ 2x² + 3x + 1। ਇਹਦੇ 'ਚ ਵੀ x ਨੂੰ ਮੈਂ ਚੱਲਿਆ ਅਤੇ ਇੱਕ ਬਹੁਪਦੀ ਬਣਾਤੀ। ਤੀਜੀ ਮੈਂ ਲਈ 5x² / 3 - 1। ਚੌਥੀ ਮੈਂ ਲਈ, 3 ਹੀ ਕਹੀ ਸੀ ਉਹਨਾਂ ਨੇ, ਠੀਕ ਹੈ। ਤੁਸੀਂ ਬਣਾ ਸਕਦੇ ਹੋ ਜਿੰਨੀ ਮਰਜ਼ੀ, ਠੀਕ ਹੈ। ਸੈਕਿੰਡ ਕੁਐਸਚਨ ਦੇ ਵਿੱਚ ਉਹਨਾਂ ਨੇ ਕੀ ਕਿਹਾ, ਇਹ ਫਸਟ ਕੁਐਸਚਨ ਦਾ ਪਾਰਟ ਸੀ ਨਾ। ਸੈਕਿੰਡ ਕੁਐਸਚਨ ਦੇ ਵਿੱਚ ਉਹਨਾਂ ਨੇ ਕਿਹਾ ਕਿ x ਅਤੇ y ਨੂੰ ਚੱਲ ਲੈ ਕੇ ਦੋ ਪਦੀ ਦੇ 3 ਬਹੁਪਦ ਬਣਾਓ। ਹੁਣ ਕੀ ਕਰਨਾ ਹੈ, x ਅਤੇ y ਤਾਂ ਚੱਲ ਲੈਣੇ ਹੈ ਅਤੇ ਦੋ ਪਦੀਆਂ ਹੋਣੀ ਚਾਹੀਦੀਆਂ, ਮਤਲਬ 2 ਟਰਮਸ ਹੋਣੀ ਚਾਹੀਦੀ ਉਹਦੇ ਵਿੱਚ। ਅਤੇ ਅਸੀਂ ਕਿੰਨੇ ਬਣਾਉਣੇ ਆ ਜੀ? 3 ਬਣਾਉਣੇ ਆ। ਤਾਂ ਬਣਾ ਲੈਂਦੇ ਹਾਂ। ਜਿਵੇਂ ਕਿ ਮੈਂ ਬਣਾਇਆ 3x + 2y। ਇਹ 3x ਪਤਾ ਨਹੀਂ ਹਰ ਵਾਰੀ ਕਿਉਂ ਆ ਜਾਂਦਾ ਹੈ, ਠੀਕ ਹੈ। ਇਹ ਦੂਜਾ ਮੈਂ ਬਣਾਇਆ 5x² - 4y। ਦੇਖੋ ਮੈਂ ਚੱਲ ਕਿਹੜੇ ਲੈ ਰਹੀ ਹਾਂ, x ਅਤੇ y ਲੈ ਰਹੀ ਹਾਂ ਦੋਵਾਂ ਦੇ ਵਿੱਚ। ਆ ਵੇਖੋ x ਅਤੇ y ਹੈ ਅਤੇ ਟਰਮਸ ਮੈਂ 2 ਲੈ ਰਹੀ ਹਾਂ। ਉਹਨਾਂ ਨੇ ਇਹੀ ਕਿਹਾ ਨਾ ਕਿ ਦੋ ਪਦੀ ਬਣਾਉਣੀ ਹੈ, ਆਪਾਂ ਦੋ ਪਦੀ ਬਣਾਉਣੀ ਹੈ, ਮਤਲਬ ਇਸ ਤਰ੍ਹਾਂ ਨਹੀਂ ਬਣਾਉਣੀ 3 ਜਾਂ 1, ਠੀਕ ਹੈ। ਇਸ ਤੋਂ ਬਾਅਦ ਕੋਈ ਉਦਾਹਰਨ ਲੈਂਦੇ ਹਾਂ। 3 ਕਿਹਾ ਨਾ ਉਹਨਾਂ ਨੇ, ਇੱਕ ਹੋਰ ਬਣਾਉਣੀ ਹੈ। ਆਪਾਂ ਲੈ ਲੈਂਦੇ ਹਾਂ 7x - 9y², ਠੀਕ ਹੈ। ਇਹ ਆਪਣੇ ਕੋਲ ਕੀ ਹੋ ਗਈ? 3 ਐਗਜ਼ਾਮਪਲਸ ਹੋ ਗਈਆਂ, ਠੀਕ ਹੈ। ਅਗਲਾ ਹੈ ਥਰਡ ਪਾਰਟ। ਉਹਨਾਂ ਨੇ ਪੁੱਛਿਆ ਹੈ ਆਪਣੇ ਕੋਲੋਂ x ਅਤੇ y ਚੱਲ ਲੈ ਕੇ ਇੱਕ ਪਦ ਦੇ 3 ਬਹੁਪਦ ਬਣਾਓ। x ਅਤੇ y ਦੋਵੇਂ ਹੋਣੇ ਚਾਹੀਦੇ ਹੈ ਅਤੇ ਟਰਮ ਇੱਕ ਹੋਣੀ ਚਾਹੀਦੀ ਹੈ। ਬਣਾ ਲੈਂਦੇ ਹਾਂ। ਜਿਵੇਂ ਕਿ 4xy, ਜਿਵੇਂ ਕਿ 5x²y, ਜਿਵੇਂ ਕਿ -3xy², ਠੀਕ ਹੈ। ਜਾਂ 7x³ ਕੁਛ ਵੀ, ਮਤਲਬ ਇਨਫਾਈਨਾਈਟ ਮੈਂ ਨਹੀਂ ਬਣ ਸਕਦੀਆਂ, ਬਹੁਤ ਬਣ ਸਕਦੀਆਂ ਨੇ। ਉਸ ਤੋਂ ਬਾਅਦ ਹੈ ਫੋਰਥ। ਉਹਨਾਂ ਨੇ ਕਿਹਾ ਕਿ 4 ਜਾਂ 4 ਤੋਂ ਜ਼ਿਆਦਾ ਪਦਾਂ ਨਾਲ 3 ਬਹੁਪਦ ਬਣਾਓ। ਕੀ ਹੈ? 1 2 3 4 ਤਾਂ ਟਰਮਸ ਹੋਣੀ ਚਾਹੀਦੀਆਂ, ਜੋ ਮਰਜ਼ੀ ਪਲੱਸ ਮਾਈਨਸ ਲਗਾ ਕੇ। ਅਤੇ ਆਪਾਂ ਇਹ ਜੀ 3 ਉਦਾਹਰਨਾਂ ਦੇਣੀਆਂ, 1 2 ਅਤੇ 3। ਉਹਦੇ 'ਚ ਉਹ ਨਹੀਂ ਦਿੱਤਾ ਉਹਨਾਂ ਨੇ ਕਿ x ਲੈਣਾ ਜਾਂ y ਲੈਣਾ, ਆਪਾਂ ਕੁਛ ਵੀ ਲੈ ਸਕਦੇ ਹਾਂ ਆਪਦੀ ਮਰਜ਼ੀ ਨਾਲ, ਠੀਕ ਹੈ। ਤਾਂ ਦੇਖ ਲੈਂਦੇ ਹਾਂ ਕੀ ਕਰੀਏ। ਜਿਵੇਂ ਕਿ ਮੈਂ ਬਣਾ ਦਿੰਦੀ ਹਾਂ 4 ਟਰਮਸ ਜਾਂ 4 ਤੋਂ ਜ਼ਿਆਦਾ ਹੋਣੀ ਚਾਹੀਦੀਆਂ, ਯਾਨੀ ਕਿ ਜਿਵੇਂ ਕਿ x³ + 3x² - 2x + 1। ਇਹਦੇ ਕੋਲ 4 ਟਰਮਸ ਹੈ ਇਹਦੇ ਵਿੱਚ, ਠੀਕ ਹੈ। ਇਹਦੇ ਵਿੱਚ ਇੱਕ ਹੋਰ ਉਦਾਹਰਨ ਲਈਏ, ਜਿਵੇਂ ਕਿ p³ + 4p² - 4p - 6। ਇਹ ਵੀ ਇੱਕ ਉਦਾਹਰਨ ਹੈ, ਠੀਕ ਹੈ। ਇੱਕ ਹੋਰ ਉਦਾਹਰਨ ਲੈਂਦੇ ਹਾਂ। ਉਹਨਾਂ ਨੇ ਕਿਹਾ ਉਸ ਤੋਂ ਜ਼ਿਆਦਾ ਵੀ ਹੋ ਸਕਦੀਆਂ, 4 4 ਵਾਲੇ ਲਈ ਇੱਕ 5 ਦੀ ਲੈ ਲੈਂਦੇ ਹਾਂ। ਜਿਵੇਂ ਕਿ 5x⁵ + 6x⁴ + 7x⁴ + 8x⁴ + 9x⁴ 1 ਜਾਂ 9x + 10। ਕੋਈ ਰੈਂਡਮ, ਮਤਲਬ ਕੁਛ ਵੀ। ਇਹਦੇ 'ਚ ਕਿੰਨੀਆਂ ਟਰਮਸ ਹੈ? ਦੇਖੋ 1 2 3 4 5 ਅਤੇ 6 ਟਰਮਸ ਹੈ। 4 ਨਾਲੋਂ ਜ਼ਿਆਦਾ। ਉਹਨਾਂ ਨੇ ਕਿਹਾ ਸੀ 4 ਜਾਂ 4 ਤੋਂ ਜ਼ਿਆਦਾ ਪਦਾਂ ਨਾਲ 3 ਬਹੁਪਦ ਬਣਾਓ। ਇਹ 4 4 ਵਾਲੇ ਹੋ ਗਏ, ਇਹ ਵੀ 4 ਵਾਲਾ ਹੋ ਗਿਆ, ਇਹ ਵੀ 4 ਵਾਲਾ, ਅਤੇ ਇਹ 6 ਵਾਲਾ ਹੋ ਗਿਆ, ਠੀਕ ਹੈ। ਈਜ਼ੀ। ਚਲੀਏ ਅਗਲੇ ਕੁਐਸਚਨ ਦੇ ਉੱਤੇ। ਅਗਲਾ ਕੁਐਸਚਨ ਹੈ ਕਿ ਹੇਠਾਂ ਲਿਖੀਆਂ ਪਦਾਂ ਦੇ ਸਮਾਨ ਦੋ ਹੋਰ ਪਦ ਲਿਖੋ। ਤਾਂ ਪਹਿਲਾ ਕੁਐਸਚਨ ਹੈ 7x। ਇਹਨਾਂ ਦੇ ਸਮਾਨ ਆਪਾਂ ਟਰਮਸ ਲਿਖਣੀਆਂ ਨੇ, ਲਿਖ ਲੈਂਦੇ ਹਾਂ। ਸਮਾਨ ਟਰਮਸ ਕਿਹੜੀਆਂ ਹੋਣਗੀਆਂ? ਜਿਨ੍ਹਾਂ ਦੇ ਵਿੱਚ ਅਚਲ ਸੰਖਿਆ ਬਦਲ ਜਾਏਗੀ, ਚਲ ਸੰਖਿਆ ਉਹੀ ਰਹੇਗੀ। ਇਹਦੇ ਸਮਾਨ ਲਿਖਣੇ ਆਪਾਂ -3x, ਠੀਕ ਹੈ। ਹੋਰ ਕੀ ਲਿਖ ਸਕਦੇ ਹਾਂ? 7/2x। ਹੋਰ ਕੀ ਲਿਖ ਸਕਦੇ ਹਾਂ?
3/4x। ठीक है, कुछ भी मतलब तुसी आपकी मर्जी नाल चल संख्या बदले जाओ, अचल संख्या बदले जाओ, चल संख्या यानी कि गुणांक बदलते जाओ अगे वाला, तो पिछे संख्या उही रहन दो। ठीक है, ओके। सैकेंड क्वेश्चन है 3AB। 3AB दे विच देखो समान पद किवें लिख सकते हैं, बिल्कुल लाइक टर्म -4AB सेम है, आ बदल गया। ठीक है, होर की लिख सकते हैं, पहला ए बी लिख लें। तुसीं समान लिखण लई की करिया करो, पिछले वाला जिहड़ा चल संख्या है वो लिख लिया करो पहला ही। ठीक है, उस तो बाद गुणांक बदले जाया करो, जिवें 3 की थां ते इत्थे -4 लिखा, इत्थे मैं होर की लिख सकती हाँ 7 लिख सकती हाँ, इत्थे लिख सकती हाँ 3/2, इत्थे लिख सकती हाँ -5/6। ठीक है, तो एक ही बन गया अपने कोल समान टर्म्स बन गए या समान लाइक टर्म्स बन गई या समान पद बन गई। ठीक है, थर्ड है 7x⁻3y। हुण इसनूं किवें लिखांगे, मैं तुहानूं की कहा सी पिछला सेम लिख लो, उवें लिखी जाओ x⁻3y x⁻3y x⁻3y। तो इनू चेंज करांगे, 7 की थां ते 2 कर दो, 4 कर दो, -6 कर दो, एक ही हो गया, समान पद हो गए। ठीक है, उस तो बाद है अगला फोर्थ पार्ट है 2LM। तो की दसिया सी LM उवें लिख लाँगे। ठीक है, इन्हां दे अगे असीं गुणांक चेंज कर देंगे, जिवें -7/3 -2 तो इत्थे 7 लगाता, कुछ भी लगा सकते हो, मतलब मैं आपकी मर्जी नाल रैंडम लगा रही हूँ, तुसीं कोई भी लगा सकते हो। ओके अगले क्वेश्चन के उत्ते चलते हैं, चौथे क्वेश्चन के उत्ते कहते हेठां दित्तियां व्यंजनां विचों हरेक दे पदां अते गुणांकां नूं पहचानो। तो पहला क्वेश्चन जिहड़ा है इत्थे असीं लिख दिंदे आ पद, इत्थे असीं लिख दिंदे आ गुणांक। ठीक है, तो जिहड़ा वैरी फर्स्ट क्वेश्चन है उहदे विच पद किहड़े है, पद वो हुंदे है जिहदे विच गुणांकां दी अते सॉरी चलां अते अचल संख्यावां दी जिहड़ा गुणनफल हुंदा है उसनूं असीं की कह दिंदे पद कह दिंदे आ। तो इहदे विच देखो किहड़े किहड़े है 5xy अते दूजा किहड़ा है -3zy, ये दो पद है या टर्म्स है। तो गुणांक किहड़े किहड़े है 5 है तो -3 है, थोड़ा जिहा डिफरेंट लिखते हैं। पहले क्वेश्चन दे विच देखो 5xy है तो -3zy है, ये दो टर्म्स है। तो जिहड़ा पहला है 5xy उहदा गुणांक किहड़ा है 5 है, तो इसका गुणांक किहड़ा है -3 है। ठीक है, सैकेंड क्वेश्चन दे विच क्वेश्चन है कि 2x अते -3x²। ठीक है, इहदे विच की आएगा 2 का तो 2 ही आ जाएगा, पद पहला पहचानो किहड़े किहड़े 2 है, फिर 2 है तो फिर -3 है। ठीक है, 2 है फिर 2x है -3x² है। ਇਹਦੇ ਅਸੀਂ गुणांक पहचानने हैं, तो 2 का तो 2 ही आ गया, 2x का भी 2 आ गया, -3x² का -3 आ गया। ठीक है, अगला क्वेश्चन देखते हैं, थोड़ा जिहा छोटा कर लिया थोड़ा जा। थर्ड पार्ट है, इत्थे लिखते हैं पद, इत्थे लिखते हैं गुणांक। ठीक है, तो थर्ड पार्ट दे विच पद किहड़े किहड़े दसो 1 2 3 4x⁻2 y⁻2 -4z²। देखो मैं जेड़ा भी लै रही हूँ ना निशान के समेत लै रही हूँ, 4z² नूं कहला 4z² नहीं लै रही, -4z² लै रही हूँ जिहड़ा कि उहदे नाल लिखा होया। ठीक है, अगे है 3xy। ठीक है, तो यदा गुणांक किहड़ा है 4 है, इत्थे गुणांक किहड़ा है -4 है, इत्थे गुणांक किहड़ा है 3 है। ठीक है जी, ईजी।
ठीक है। ये थर्ड पार्ट हो गया। फोर्थ पार्ट तुसी अपने आप करोगे, तुहाडे लई छड्ड रही हाँ, लीव कर रही हाँ। फिफ्थ पार्ट देखो, फिफ्थ पार्ट करवा देनी हाँ तुहानूं, कुछ कुछ पार्ट्स करवा देनी हाँ, कुछ तुसी अपने आप ट्राई करना क्योंकि बहुत लंबी एक्सरसाइज है। एक्स बटा 6 टर्म्स केड़ी केड़ी हो गया, एक्स बटा 6 एक्स वाई बटा 6 तो थर्ड केड़ी हो गई 2xz, ठीक है। तो गुणांक केड़े केड़े हो गए इत्थे देखो, एक्स दे नाल की लग गया, एक्स दे नाल लग गया 1/6, इधरों 1/6, ठीक है। वाई दे नाल भी 1/6 ते एक्स जैड दे नाल 2, ये इन्हां दे गुणांक आ गए, ठीक है। पंजवां क्वेश्चन हो गया। उस तो बाद है छेवां क्वेश्चन, मैं तुहानूं वर्बली दस दिंदी हाँ। देखो ਇਹਦੇ ਵਿੱਚ पद ਕਿਹੜੇ है, -0.3 ए ਤੇ -0.5 ए बी, ठीक है। ये दो हो गए अपने कोल टर्म्स आ गई यानी कि पद आ गए। उस तो बाद इन्हां दे ਜਿਹੜੇ गुणांक है, ਇਹਦਾ गुणांक ਕਿਹੜਾ बन गया 0.3 ਤੇ ਇਹਦਾ गुणांक ਕੀ बन गया -0.5, ठीक है। ਇਸੇ ਤਰੀਕੇ ਨਾਲ ਇਹ क्वेश्चन ਦੇ ਵਿੱਚ ਜੇ ਆਪਾਂ ਵੇਖੀਏ ਕਿਹੜੇ ਕਿਹੜੇ पद है या टर्म्स है, xy/2 7x ਤੇ 3/2 y ਤੇ ਇਹਨਾਂ ਦੇ ਜਿਹੜੇ ਗੁਣਾਂਕ ਆ ਗਏ, ਗੁਣਾਂਕ ਦੇਖੋ ਬਟਾ 2 ਹੈ ਨਾ, ਤੇ ਇਸ ਨੂੰ ਅਸੀਂ ਕੀ ਲਿਖਾਂਗੇ 1/2, 7 ਹੈ ਤਾਂ 7, y ਦੇ ਨਾਲ ਕੀ ਲੱਗਿਆ ਹੈ 3/2, ਇਹ ਇਹਨਾਂ ਦੇ ਗੁਣਾਂਕ ਹੈ, ਠੀਕ ਹੈ। ਈਜ਼ੀ, आई होप ਤੁਹਾਨੂੰ ਸਮਝ ਆ ਰਹੀ ਹੋਏਗੀ। ਤੁਹਾਨੂੰ ਕਿਤੇ ਵੀ ਕੋਈ ਵੀ ਡਾਊਟ ਲੱਗਦਾ ਹੈ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ, ਠੀਕ ਹੈ। ਤੇ ਇਹ ਕੁਐਸਚਨ ਜਿਹੜਾ ਹੈ 8th ਤੇ 9th ਪਾਰਟ ਇਹ ਮੈਂ ਤੁਹਾਡੇ ਲਈ ਲੀਵ ਕਰ ਰਹੀ ਹਾਂ। ਤੁਹਾਨੂੰ ਕੋਈ ਡਾਊਟ ਹੋਏ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ, ਠੀਕ ਹੈ। ਅਗਲੇ ਕੁਐਸਚਨ ਦੇ ਉੱਤੇ ਚੱਲਦੇ ਹਾਂ। ਕਹਿੰਦੇ ਹੇਠਾਂ ਲਿਖੇ ਪਦਾਂ ਨੂੰ ਇੱਕ ਪਦੀ, ਦੋ ਪਦੀ, ਤਿੰਨ ਪਦੀ ਦੇ ਰੂਪ ਵਿੱਚ ਵਰਗੀਕਰਨ ਕਰੋ। ਕਿਹੜਾ ਬਹੁਪਦ ਇਹਨਾਂ ਤਿੰਨੋਂ ਸ਼੍ਰੇਣੀਆਂ ਵਿੱਚ ਕਿਸੇ ਵਿੱਚ ਵੀ ਨਹੀਂ ਹੈ, ठीक है। एक पदी तुहानूं की दसी सी जिहदे विच सिंगल टर्म होएगी, दो पदी जिन्हां दे विच दो टर्म्स दे विच प्लस या माइनस का निशान होएगा, तीन पदी जिन्हां दे विच तीन टर्म्स होणगियां कुछ भी प्लस माइनस का निशान हो सकता है, ठीक है। ये मैं तुहानूं दस्सिया सी। हुण आपां इन्हां नूं वर्गीकृत करना है, मतलब दसना है कि किहड़ी किहड़ी कैटेगरी दे विच आउंदी है। तां लिख दिंदे आ इत्थे एक पदी, दो पदी ते तीन पदी, ठीक है। तो जी पहली है वो एक ही टर्म है सिंगल, तो वो एक पदी दे विच आ गई। दूसरी वाई, ये भी सिंगल है, ये भी एक पदी दी कैटेगरी दे विच आ गई। अगे 4, ये भी सिंगल टर्म है, ये भी एक पदी बन गई, ठीक है। उस तो बाद ਜਿਹੜੀ आ गई 3x -2y, ਇਹਦੇ 'ਚ दो टर्म्स है तो एक ਇਹਦੇ 'ਚ आ गई दो पदी ਦੇ ਵਿੱਚ। ਅੱਗੇ y ਤੇ z वाली दो टर्म्स ਪਈਆਂ ਨੇ, ਵਿਚਕਾਰ ਜੋੜ ਦਾ ਨਿਸ਼ਾਨ ਹੈ ਤੇ ਇਹ ਵੀ दो पदी ਦੇ ਵਿੱਚ ਹੈ। ਇਹਦੇ ਵਿੱਚ ਵੇਖੋ ਇਹ तीन पदी है ना, ठीक है। ਇਹ तीन पदी ਦੇ ਵਿੱਚ आ गई क्योंकि x y z तीन चल है, तीनों जोड़ दे विच पई है। ਇਹਦੇ ਵਿੱਚ ਵੇਖੋ x ਤੇ y दो अलग अलग चल है, जोड़ दे विच पई है, तीन टर्म्स है, ठीक है। तो ये तीन पदी दे विच आ गई। अगे a + b + c तीन अलग अलग चल है तो तीनों ही जोड़ दे विच है, तो ये भी साडे कोल तीन पदी है, ठीक है। ये भी तीन पदी है क्योंकि तीन अलग अलग चल है तो तीनों जोड़ दे विच पए है। ਇਹ देखो ये की है, ये सिंगल टर्म है, कोई जोड़ घटाओ नहीं हैगा, सिर्फ की है गुणा है, ठीक है। तो ये भी की है एक पदी है। उस तो बाद ये दो पदी है क्योंकि दो टर्म्स है, ठीक है। उस तो बाद ये वाली तीन टर्म्स है, ठीक है। ये थोड़ी कैटेगराइजेशन होगी, सिंपल सी। अगे करते हैं 6वां क्वेश्चन। कहते हेठा लिखिया का जोड़ करो। हुण ये क्वेश्चन आ गए थोड़े जे स्पेस भी लैणगे, थोड़ा जिहा तुहानूं समझा दिंदी हां।
ਕੁਝ ਕੁਐਸਚਨ ਮੈਂ ਕਰਾਂਗੀ, ਜ਼ਿਆਦਾਤਰ ਮੈਂ ਹੀ ਕਰਾਂਗੀ, ਕੁਝ ਕੁਐਸਚਨ ਤੁਹਾਡੇ ਲਈ ਲੀਵ ਕਰਾਂਗੀ ਤਾਂ ਜੋ ਤੁਸੀਂ ਪ੍ਰੈਕਟਿਸ ਕਰ ਸਕੋ। ਤੁਹਾਨੂੰ ਕੋਈ ਵੀ ਡਾਊਟ ਹੋਏ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ, ਇਹ ਤੁਹਾਨੂੰ ਮੈਂ ਬਾਰ-ਬਾਰ ਕਹਿ ਰਹੀ ਹਾਂ। ਠੀਕ ਹੈ, ਪਹਿਲਾ ਕੁਐਸਚਨ ਹੈ AB प्लस A² B या A ਦੀ ਘਾਤ 2B ਮਾਈਨਸ 3ABC। एक गल मैं तुहानूं दस्सी सी कि समान पद ही एक दूजे विचों जुड़ सकते हैं तो समान पद ही एक दूजे विचों घटाओ हो सकते हैं, यानी कि सिमिलर टर्म्स जिहड़े कि लाइक टर्म्स हैं उही जोड़ हो सकती हैं तो उही घटाओ हो सकती हैं। ठीक है, ये नहीं हैगा कि ए बी विचों मैं ABC नूं घटा सकती हाँ, नहीं, बिल्कुल भी नहीं घटा सकती, क्योंकि ये सेम टर्म है ही नहीं, लाइक टर्म्स नहीं हैगियां। इहदे विच AB है, इहदे विच ABC है, ये समान नहीं हैगियां। ठीक है, हाँ 7AB ਦੇ ਵਿੱਚੋਂ मैं 3AB घटा सकती हाँ, क्यों? क्योंकि ये भी AB वाला है, ये भी AB वाला है, ये मैटर नहीं करता कि ये अगे 7 लगे है 3 लगे है, पर हाँ ये पिछली टर्म बिल्कुल बराबर होनी चाहिए, मतलब ये पिछले जोड़े आ लगे है ना चल संख्यावां, इन्हां दा जिहड़ा मल्टीप्लीकेशन है या गुणा है वो बिल्कुल बराबर होनी चाहिए है। ठीक है, फिर ही समान टर्म्स बनती हैं या सिमिलर लाइक टर्म्स बनती हैं। ठीक है, तो यही सिद्धांत असीं इत्थे लागू करांगे। ਅਸੀਂ ਲਿਖਣ ਲੱਗਿਆਂ ਹੀ ਇਸ ਤਰੀਕੇ ਨਾਲ ਲਿਖਾਂਗੇ ਕਿ ਜਿਹੜੀ ਇੱਕੋ ਵਰਗੀਆਂ ਟਰਮਸ ਹੈ ਉਹ ਇੱਕ ਦੂਜੇ ਦੇ ਕੋਲ ਰਹਿਣ। ਠੀਕ ਹੈ, ਅੱਗੇ ਦੇਖੋ ਆਹ ਤਾਂ ਅਸੀਂ ਜਿਵੇਂ ਲਿਖਿਆ ਸੀ ਉਵੇਂ ਹੀ ਲਿਖਤੀ, ਜਿਵੇਂ ਇਹਨਾਂ ਨੇ ਲਿਖਿਆ ਸੀ। ਆਹ ਕੁਐਸਚਨ ਵੇਖੋ, ਹੁਣ ਇਹਨਾਂ ਲਿਖਿਆ 4ABC ਪਹਿਲਾਂ ਲਿਖਿਆ, ਪਰ ਸਾਨੂੰ ਪਤਾ ਹੈ ਕਿ ਇਹਦੇ ਵਿੱਚ ABC ਵਾਲੀ ਸੰਖਿਆ ਕਿਹੜੀ ਹੈ, ਕਿਹੜੀ ਟਰਮ ਹੈ, ਆਹ ਵਾਲੀ ਹੈ। ਇਹਦੇ ਨੀਚੇ ਹੀ ਅਸੀਂ 4ABC ਲਿਖਾਂਗੇ ਨਿਸ਼ਾਨ ਦੇ ਸਮੇਤ। 4ABC ਦਾ ਨਿਸ਼ਾਨ ਅੱਗੇ ਕਿਹੜਾ, ਜੇ ਕੋਈ ਨਿਸ਼ਾਨ ਨਹੀਂ ਲੱਗਿਆ ਤਾਂ ਪਲੱਸ ਦਾ ਲੱਗਿਆ ਹੈ ਨਾ, ਤਾਂ 4ABC प्लस का ये नाल लिखता। अगे है 7A²B। हुण A²B नूं देखना है, पिछले नूं 7 नूं छड्ड दो, तो A²B वर्गी संख्या किहड़ी है, टर्म किहड़ी है, आ वाली है। ये नाल ही असीं लिखांगे निशान समेत 7A²B। ठीक है, अगे उन्होंने लिखा है प्लस 2AB। हुण पिछे दो दे नाल की लग्या AB वाली टर्म देखनी, आ वाली प्लस 2AB। ठीक है, उस तो इलावा ये कोल एक की फालतू है 3, जिहदे वर्गी इत्थे कोई टर्म नहीं हैगी, जिहदे वर्गी इत्थे एक सिंगल टर्म भी नहीं हैगी। ठीक है, तो उसनूं असी एक्सट्रा विच जिथे मर्जी लिख सकते हैं, इत्थे लिख दईए। ठीक है, इहदे वर्गी इत्थे कोई संख्या नहीं हैगी तो इत्थे असी 0 लिख सकते हैं आपदे वल्लों। ठीक है, जिहड़ी संख्या जिहड़ी टर्म उहदे किसी होर वर्गी नहीं पई तो उहदी थां ते असी 0 लिखांगे। ठीक है, हुण असी की करांगे, इन्हां सारिआं नूं जोड़ दांगे, जोड़ दांगे। ठीक है, हुण AB दे विच 2AB जोड़िया तो 3AB। ठीक है, एक A²B दे विचों माइनस 7A²B नूं जोड़िया तो की आ जाएगा माइनस 6A²B। देखो एक A²B सी, उहदे विच 7A²B नूं जोड़िया मतलब सीधा ही घटाया, जोड़ दा मतलब भी जे माइनस का निशान लगे तो घटाओ हुंदा है, प्लस माइनस माइनस निशान वड्डी संख्या वाला भाव ए वाला, माइनस 7 विचों एक गए 6A²B, आही लिखिया आपां। ठीक है, सिंपल, बिल्कुल सिंपल जिहड़ी असी परिमेय संख्यावां दी जोड़ घटाओ करते हैं बिल्कुल उवें करनी है। ठीक है, टर्म जिहड़ी नाल पिछे जिहड़ा इन्हां दा गुणा जिहड़ा मतलब जिहड़ी चल संख्यावां दी गुणा है उन्होंने लिखना भुलना नहीं है। ठीक है, इत्थे हुण देखो ABC तो एवें लिख लिया सी ABC, हुण 3 माइनस दा 4 प्लस दा तो की आ गया प्लस 1 ABC, तो इत्थे दोवें प्लस दे है, 3 च 0 जोड़िया 3 आंसर, तो ये अपने कोल आंसर आ गया। ठीक है, ईजी। एक क्वेश्चन होर देखते हैं, सैकेंड पार्ट देखते हैं इसका। कहते x प्लस वाई प्लस 3z माइनस 2xyz ਇਹਦੇ ਵਿੱਚ ਕੀ जोड़ना है। ਹੁਣ देखो, ਹੁਣ पहले वाला तो जिवें लिखिया सी उवें ही लिखता, आह वाला ਹੁਣ ਅਸੀਂ ਕੀ ਕਰਾਂਗੇ ਇਸ ਦੇ ਅਕੋਰਡਿੰग ਲਿਖਾਂਗੇ ਜਿਹੜਾ ਅਸੀਂ ਉੱਤੇ ਲਿਖਿਆ। ठीक है, आ जी दूजी है ना, आ इस दे अकॉर्डिंग लिखांगे। हुण 2 माइनस 2x है तो इनू कि थले लिखांगे x वाली टर्म के नीचे, तो इत्थे लिखांगे माइनस 2x। इत्थे 3y है, इनू y वाली टर्म के नीचे लिखांगे, आ y है ना, ये नीचे असी y वाली टर्म लिखती, z के नीचे z वाली टर्म लिखती। तो इत्थे देखो हुण इहदे वर्गी
ਇਹਦੇ ਵਰਗੀ ਇਹਦੇ ਵਿੱਚ ਕੋਈ ਟਰਮ ਨਹੀਂ ਹੈਗੀ, ਤਾਂ ਇੱਥੇ ਕੀ ਲਿਖਾਂਗੇ 0xy² ਆਪਦੇ ਵੱਲੋਂ, ਜ਼ੀਰੋ ਵਾਲੀ। ਤੇ ਇੱਥੇ ਕੀ ਹੈ, ਇਹਦੇ ਕੋਲ -8 ਹੈ, ਪਰ ਇਹਦੇ ਕੋਲ ਸਿੰਪਲ ਕੋਈ ਅਚਲ ਸੰਖਿਆ ਨਹੀਂ ਹੈਗੀ, ਉਹਦੀ ਥਾਂ 'ਤੇ ਅਸੀਂ ਕੀ ਲਿਖਾਂਗੇ 0। ਠੀਕ ਹੈ, ਗॉट इट। एक्स सी ਤਾਂ ਇੱਥੇ x, ਇੱਥੇ y ਸੀ ਤਾਂ ਇੱਥੇ y, ਇੱਥੇ z ਹੈ ਇੱਥੇ z, ਇੱਥੇ x² xy² ਇੱਥੇ xy², ਇੱਥੇ ਸਿੰਪਲ ਇੱਥੇ ਸਿੰਪਲ। ਓਕੇ, ਗॉट इट। ठीक, ਹੁਣ ਇਹਨਾਂ ਨੂੰ ਜੋੜਨਾ ਹੈ, ਤਾਂ ਜੋੜ ਦਿੰਦੇ ਹਾਂ ਜੀ। 1x ਦੇ ਵਿੱਚੋਂ 2x ਜੋੜਿਆ, -2x ਜੋੜਿਆ, ਤਾਂ ਮਤਲਬ ਘਟਾਓ ਹੀ ਹੋਗੀ ਸਿੰਪਲ। प्लस माइनस निशान वड्डी संख्या वाला, यानी कि -2 वाला निशान आ गया, तो माइनस कितना था -1x, प्लस 3 ते 4y, प्लस 4 ते 3 7z, माइनस देखो -2 ते 0 ਨੂੰ ਜਦੋਂ ਜੋੜਿਆ तो -2 ही आऊगा, -2xy² ਤੇ -8 'ਚ 0 ਜੋੜਿਆ ਤਾਂ -8। ਆਪਣੇ ਕੋਲੇ ਆਨਸਰ ਆ ਗਿਆ। ਜੇ ਤੁਹਾਨੂੰ ਪਰਿਮੇਯ ਸੰਖਿਆਵਾਂ ਦੀ ਜੋੜ ਘਟਾਓ ਆਉਂਦੀ ਚੰਗੀ ਤਰ੍ਹਾਂ, ਸੌਰੀ ਦੂਜੀ ਸੰਪੂਰਨ ਸੰਖਿਆਵਾਂ ਦੀ, ਤੇ ਤੁਹਾਨੂੰ ਇਹ ਬਹੁਤ ਆਸਾਨ ਲੱਗੇਗਾ। ਠੀਕ ਹੈ, ਅਗਲਾ ਕੁਐਸਚਨ ਹੈ, ਇੱਕ ਹੋਰ ਦੇਖ ਲੈਂਦੇ ਹਾਂ। थर्ड क्वेश्चन देख लेंगे या 5th देखते हैं। ठीक है, या 4th, ओके 4th क्वेश्चन देखते हैं। x - y प्लस z ਤੇ z - x, ਐਂਡ ਇਹ ਤਿੰਨ ਟਰਮ ਮਤਲਬ 3 ਵਿਅੰਜਕ ਹੈ, ਇਹਨਾਂ ਨੂੰ ਜੋੜਨਾ ਹੈ। ਤਾਂ ਕਿਵੇਂ ਜੋੜਾਂਗੇ, ਦੇਖੋ ਪਹਿਲਾਂ ਲਿਖਿਆ x - y। ਹੁਣ ਇਹਦੇ 'ਚ ਵੇਖੋ, ਇਹਦੇ 'ਚ x ਤਾਂ ਹੈ ਨਹੀਂ, ਇਹਦੇ 'ਚ y ਅਤੇ z ਹੈ। ਹੁਣ y ਦੇ ਥੱਲੇ ਤਾਂ -y ਮੈਂ ਲਿਖਤਾ, ਆਹ ਵਾਲਾ -y ਦੇ ਥੱਲੇ ਲਿਖਤਾ। z ਨਹੀਂ ਹੈਗਾ ਤਾਂ z ਆਪਦੀ ਮਰਜ਼ੀ ਨਾਲ ਦੂਜੇ ਪਾਸੇ ਲਿਖਤਾ। ਠੀਕ ਹੈ, ਠੀਕ ਹੈ ਜੀ। ਹੁਣ ਇਸ ਦੇ ਕੋਲ z ਨਹੀਂ ਹੈਗਾ, ਇੱਥੇ 0z ਕਰ ਦਿਓ। ਅਤੇ ਇਹਦੇ ਕੋਲ x ਨਹੀਂ ਹੈਗਾ, ਇਹਦੇ ਕੋਲ x ਨਹੀਂ ਹੈਗਾ, ਅਤੇ ਇਹਨੂੰ 0x ਕਰ ਦਿਓ। ਠੀਕ ਹੈ, ਇਸ ਤੋਂ ਇਲਾਵਾ ਇੱਕ ਹੋਰ ਸੰਖਿਆ ਵੀ ਉਹਨਾਂ ਨੇ ਵਿਅੰਜਕ ਦਿੱਤਾ ਹੈ ਸਾਨੂੰ, ਤੀਜਾ z - x। ਹੁਣ z ਦੇ ਨੀਚੇ z ਲਿਖਾਂਗੇ, ਪਲੱਸ ਦਾ z ਹੈ ਅਤੇ x ਕਾਹਦਾ ਹੈ, ਮਾਈਨਸ ਦਾ, ਇੱਥੇ -x। ਹੁਣ ਇਹਦੇ ਕੋਲ y ਵਾਲੀ ਕੋਈ ਟਰਮ ਨਹੀਂ ਹੈਗੀ, ਦੇਖੋ, ਤਾਂ ਇੱਥੇ ਅਸੀਂ ਕੀ ਲਿਖਾਂਗੇ 0y ਆਪਦੇ ਵੱਲੋਂ। ਸਮਝ ਆਈ? ਪਹਿਲੇ ਕੋਲ z ਨਹੀਂ ਸੀ, ਉਹਨੂੰ 0z ਦੇਤਾ, ਦੂਜੇ ਕੋਲ x ਨਹੀਂ ਸੀ, ਉਸ ਨੂੰ 0x ਦੇਤਾ, ਤੀਸਰੇ ਕੋਲ y ਨਹੀਂ ਸੀ, ਉਸ ਨੂੰ 0y ਦਿੱਤਾ। ਹੁਣ ਇਹਨਾਂ ਨੂੰ ਜੋੜਨਾ ਹੈ। ਠੀਕ ਹੈ, ਇਹਨਾਂ ਦਾ ਜੋੜ ਕਰਦੇ ਹਾਂ। ਜੋੜ ਕੀਤਾ, x 1x 0x ਤੇ -1x, ਜੋੜ ਜਦੋਂ ਕੀਤਾ ਤਾਂ ਕਿੰਨਾ ਆ ਗਿਆ 0x। ਠੀਕ ਹੈ, ਪਲੱਸ ਮਾਈਨਸ ਤਾਂ ਮਾਈਨਸ ਹੀ ਹੋ ਗਿਆ। ਇਸੇ ਤਰੀਕੇ ਨਾਲ ਇਹ ਦੇਖੋ -y ਤੇ -y, ਇਹ 2 ਵਾਰੀ -y ਸੀ, ਇਸ ਕਰਕੇ -2y ਹੋ ਗਿਆ। ਇਹ ਪਲੱਸ ਦੇ 2z ਸੀ 2 ਵਾਰੀ, ਅਤੇ ਪਲੱਸ ਦੇ 2z ਹੋ ਗਈ। ਅਤੇ ਆਪਣੇ ਕੋਲ ਆਨਸਰ ਕਿੰਨਾ ਆ ਗਿਆ 0x - 2y ਪਲੱਸ 2z। ਜਾਂ 0 ਵਾਲੀ ਟਰਮ ਨੂੰ ਅਸੀਂ ਛੱਡ ਸਕਦੇ ਹਾਂ, ਜਿਹਦੇ ਵਿੱਚ ਗੁਣਾਂਕ 0 ਹੈ ਉਸਨੂੰ ਅਸੀਂ ਛੱਡ ਵੀ ਸਕਦੇ ਹਾਂ, ਕਿਉਂਕਿ ਉਹ 0 ਨਾਲ ਹੀ ਗੁਣਾ ਹੋ ਗਿਆ, ਉਹ ਆਪਣੇ ਆਪ ਹੀ 0 ਹੋ ਗਿਆ। ਤਾਂ ਇਹ ਕੀ ਬਣ ਗਿਆ -2y ਪਲੱਸ 2z। ਇਹ ਆਪਣਾ ਫਾਈਨਲ ਆਨਸਰ ਆ ਗਿਆ। ਠੀਕ ਹੈ, ਗॉट इट। ਹਾਂਜੀ, ਜਿਹੜੇ ਰਿਮੇਨਿੰਗ ਕੁਐਸਚਨ ਹੈ ਤੁਸੀਂ ਆਪ ਟਰਾਈ ਕਰੋਗੇ। ਜੇ ਤੁਹਾਨੂੰ ਪ੍ਰੋਬਲਮ ਆਉਂਦੀ ਕਿਤੇ ਵੀ, ਮੈਂ ਤੁਹਾਨੂੰ ਵਾਰ-ਵਾਰ ਕਹਿੰਦੀ ਹਾਂ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਓਕੇ, ਓਕੇ, ਅਗਲੇ ਕੁਐਸਚਨ 'ਤੇ ਚੱਲਦੇ ਹਾਂ, 7th ਕੁਐਸਚਨ ਦੇ ਉੱਤੇ। ਹੁਣ ਇਹਦੇ 'ਚ ਕੀ ਪੁੱਛਿਆ ਗਿਆ ਹੈ, ਘਟਾਓ। ਠੀਕ ਹੈ, ਕੀ ਪੁੱਛਿਆ ਗਿਆ, ਘਟਾਓ। ਕੁਐਸਚਨ ਉਸੇ ਤਰ੍ਹਾਂ ਦਾ ਹੈ, ਬਟ ਥੋੜ੍ਹਾ ਜਿਹਾ ਡਿਫਰੈਂਟ ਹੈ, ਉਹਦੇ ਨਾਲੋਂ ਥੋੜ੍ਹਾ ਜਿਹਾ ਟਿਪੀਕਲ ਹੈ, ਪਰ ਜੇ ਸਮਝ ਲੋਗੇ ਤਾਂ ਬਹੁਤ ਈਜ਼ੀ ਰਹੇਗਾ। ਠੀਕ ਹੈ, ਤਾਂ ਪਹਿਲਾ ਕੁਐਸਚਨ ਦੇਖਦੇ ਹਾਂ। ਉਹਨਾਂ ਨੇ ਕਿਹਾ ਹੈ 13x - 7xy - 6y + 8। ਠੀਕ ਹੈ, ਅਤੇ
ਉਹਦੇ ਵਿੱਚੋਂ ਇਹਦੇ ਵਿੱਚੋਂ ਮਤਲਬ ਆ ਜਿਹੜੀ ਪਹਿਲੀ ਟਰਮ ਹੈ ਇਹਦੇ ਵਿੱਚੋਂ ਘਟਾਉਣਾ ਹੈ ਇਹਨੂੰ, ਮਤਲਬ ਇਹਨੂੰ ਥੱਲੇ ਰੱਖਣਾ ਪਏਗਾ ਪੂਰੀ ਟਰਮ ਨੂੰ। ਠੀਕ ਹੈ, ਐਕਸ ਵਾਲੀ ਦੇ ਨੀਚੇ ਐਕਸ ਵਾਲੀ ਟਰਮ, एक्स वाई वाली दे नीचे एक्स वाई वाली टर्म, वाई वाली दे नीचे वाई वाली टर्म ते सिंपल टर्म दे नीचे सिंपल टर्म। हुण एक गल देखो कि जदों सानूं कहा जाता है कि 10 विचों 4 घटाओ, ठीक है 10 विचों 4 घटाओ, ये तो नहीं कहा जाता ना -4 घटाओ, यही कहा जाता है भी 4 घटाओ। ठीक है, तो असी की करते हैं 10 विचों 4 घटाने, घटाने का मतलब की है जी दूजी संख्या होंगी ना वो अगे माइनस का निशान लगा दें। माइनस का निशान नहीं लगाते, कहने का भाव है कि जी वो पहले तो निशान है, जिमें 4 सीगा, ठीक है ये पहले तो केड़ा निशान सीगा प्लस का, यदा निशान असी बदल दें, प्लस तो इनू असी माइनस का बना दें। देखो इत्थे आही किता जिहड़ा प्लस का 4 सी ना उन्होंने असी माइनस का 4 बनाया, मतलब जिहड़ी संख्या विचों घटाना है ਉਹਦਾ ਤਾਂ ਨਿਸ਼ਾਨ नहीं बदलिया, पर ਜਿਹੜੀ संख्या ਨੂੰ ਘਟਾਉਣਾ है ਉਹਦਾ ਨਿਸ਼ਾਨ बदल ਦਿੱਤਾ। यही करते आए हैं ਹੁਣ तक, ਅਸੀਂ छोटे ਹੁੰਦੇ ਹਨ ਪਹਿਲੀ ਦੂਜੀ ਕਲਾਸ ਤੋਂ ਹੀ ਕਰਦੇ ਆਏ ਹਾਂ। ਘਟਾਉਣ ਦਾ मतलब ਕੀ ਹੈ, ਜਿਹੜੀ संख्या ਨੂੰ ਘਟਾਉਣਾ ਹੈ ਨਾ ਉਹਦਾ ਨਿਸ਼ਾਨ बदल ਦਿੰਦੇ ਆ। सेम आही प्रोसैस ਅਸੀਂ ਕੀ करना है, सेम आही ਅਸੀਂ एक मिनट ਇਹਨੂੰ स्मॉल कर ਲੈਂਦੇ ਹਾਂ थोड़ा, ठीक है सेम आही चीज़ ਇੱਥੇ करनी है। देखो ਇਹਦੇ ਵਿੱਚੋਂ ਘਟਾਣਾ ਹੈ, ਇਹਦਾ ਨਿਸ਼ਾਨ ਤਾਂ ਨਹੀਂ ਬਦਲਣਾ, ਇਹਦਾ ਨਿਸ਼ਾਨ ਚੇਂਜ ਨਹੀਂ ਕਰਨਾ, ਪਰ ਇਹਦੇ ਵਿੱਚ ਇਹਨੂੰ ਘਟਾਣਾ ਹੈ ਨਾ, ਆਹ ਵਾਲੀ ਸੰਖਿਆ ਨੂੰ ਘਟਾਣਾ ਹੈ, ਇਹਦਾ ਨਿਸ਼ਾਨ ਸਾਨੂੰ ਬਦਲਣਾ ਪਏਗਾ। ਹੁਣ ਇਹਦਾ ਨਿਸ਼ਾਨ ਕਿਵੇਂ ਬਦਲਾਂਗੇ, ਇਹਦਾ ਨਿਸ਼ਾਨ ਅਸੀਂ ਇਸ ਤਰੀਕੇ ਨਾਲ ਬਦਲਾਂਗੇ ਕਿ ਜਿਹੜੀ ਟਰਮ ਦਾ ਜਿਹੜਾ ਨਿਸ਼ਾਨ ਪਹਿਲਾਂ ਤੋਂ ਹੈ ਉਸ ਦਾ ਉਲਟਾ ਲਗਾ ਦਾਂਗੇ। ਜਿਵੇਂ ਕਿ 5x ਹੈ, 5x ਦਾ ਨਿਸ਼ਾਨ ਕਾਹਦਾ ਸੀ, ਇੱਥੇ ਜਿਹੜੀ ਟਰਮ 5x ਸੀ ਉਸ ਦਾ ਨਿਸ਼ਾਨ ਪਲੱਸ ਦਾ ਸੀ, ਹੈ ਨਾ, ਕਿਉਂਕਿ ਜਿਹੜੀ ਆਪਾਂ ਨੂੰ ਪਤਾ ਹੈ ਕਿ ਜਿਹਦੇ ਅੱਗੇ ਕੋਈ ਨਿਸ਼ਾਨ ਨਹੀਂ ਹੁੰਦਾ ਇਹਦਾ मतलब ਪਲੱਸ ਦਾ ਹੈ, ਤਾਂ ਇਸ ਦਾ ਅਸੀਂ ਨਿਸ਼ਾਨ ਕਾਹਦਾ ਬਣਾਤਾ। एक मिनट लेट मी क्लीन दिस, ठीक है, तो इसका असं निशान किस दा बनाने है, माइनस का। अगली टर्म है -3xy। हुण देखो इसका निशान केड़ा है, माइनस का है, हुण इसनूं क्या दा बना देना है, प्लस का, सॉरी इसका प्लस का सी, इदू माइनस का बनाता। ठीक है, तो इसका माइनस का सी, इनू प्लस का बनाता, प्लस का बनाना है, ठीक है, तो माइनस का इसनू प्लस लिख देंगे। अगे 7y, इहदा प्लस का निशान है, इसनू किहदे च बदल देंगे, माइनस दे विच, ते +18, +18 इसके अगे प्लस का निशान है, इसनू भी किहदे च बदल देंगे, माइनस दे विच। ईजी, एज सिंपल एज दैट। कहने का भाव यह है कि जो जो सिंबल दिता है उसनों असी बदल देना है, नीचे वाली जिहड़ी पॉलीनोमीअल जिन्हों असी कहने व्यंजक है, ठीक है, उसका निशान असी बदल देना है। ठीक, हुण असी की करांगे, इहनूं सिंपल सॉल्व करांगे जिवें असी जोड़ वाले सवाल कीते सी। ठीक है, तो 13 विचों 5 गए, एक्स तो दोवां कोल ही है ना, 13 विचों 5 गए अपने कोल, कितना आ गया 8x प्लस का ही, क्योंकि 13 वड्डा है तो 13 कोल प्लस का निशान है। अगे माइनस प्लस माइनस हो जाता है, ठीक है, तो निशान वड्डी संख्या वाला 7x के कोल माइनस का निशान है तो माइनस का आ जाएगा, 7 विचों 3 गए 4xy। ठीक है, अगे माइनस माइनस प्लस सिंबल वड्डी संख्या वाला माइनस का आ जाएगा, 7 ते 6 13 y, ते 18 विचों 8 गए सिंबल वड्डी संख्या वाला माइनस का, 18 विचों 8 गए 10, यानी कि ये अपने को आंसर आ गया फाइनल। ठीक है, एक क्वेश्चन होर देखते हैं। ऐसे दा ही आप 4th पार्ट देखते हैं। ठीक है, 4th पार्ट देखते हैं। ये लिखा है 4x माइनस 7xyz, ਇਹਦੇ ਵਿੱਚੋਂ ਘਟਾਣਾ ਕੀ ਹੈ, ਆਹ ਵਾਲੀ ਟਰਮ ਘਟਾਣੀ ਹੈ। देखो 2x यानी कि x वाली टर्म ਇਹਦੇ ਕੋਲ ਵੀ ਹੈਗੀ ਸੀ, 4x वाले ਕੋਲ ਵੀ ਉਹਦੇ ਨੀਚੇ ਲਿਖਤੀ। 3y प्लस ਦਾ ਇਹਦੇ ਕੋਲ ਨਹੀਂ ਹੈਗੀ, ਇਹਨੂੰ दूर थोड़ा ਜਿਹਾ ਲਿਖਦਾ 3y। ठीक है, प्लस 4z भी z वाली टर्म भी नहीं हैगी, वो भी दूर लिख दी। 3xy
ਪਲੱਸ ਦਾ ਇਹ ਹੈਗੀ ਹੈ ਐਕਸ ਵਾਈ ਜ਼ੈਡ ਵਾਲੀ ਟਰਮ, ਤਾਂ ਉਹ ਅਸੀਂ ਇਹਦੇ ਨੀਚੇ ਲਿਖ ਦਿੱਤੀ। ਠੀਕ ਹੈ, ਹੁਣ ਇਸ ਦੇ ਕੋਲ y ਵਾਲੀ ਟਰਮ ਨਹੀਂ ਹੈਗੀ ਉਤਲੀ ਸੰਖਿਆ ਕੋਲ, ਤੇ ਇੱਥੇ 0y ਤੇ ਇੱਥੇ 0z। ਓਕੇ, ਹੁਣ ਕੀ ਕਰਨਾ ਹੈ, ਅਸੀਂ ਇਹਦਾ ਸਿੰਬਲ ਚੇਂਜ ਕਰਨਾ ਹੈ। ਇਹ 2x ਹੈ ਪਲੱਸ ਦਾ, ਇਹਨੂੰ ਅਸੀਂ ਮਾਈਨਸ ਦਾ ਬਣਾਉਣਾ ਹੈ। 3xyz ਪਲੱਸ ਦਾ, ਇਸ ਨੂੰ ਅਸੀਂ ਮਾਈਨਸ ਦਾ ਬਣਾਉਣਾ ਹੈ। 3y ਪਲੱਸ ਦਾ, ਇਸ ਨੂੰ ਵੀ ਮਾਈਨਸ ਦਾ ਬਣਾਉਣਾ ਹੈ। ਅਤੇ 4z ਪਲੱਸ ਦਾ, ਇਸ ਨੂੰ ਵੀ ਮਾਈਨਸ ਦਾ ਬਣਾ ਦੇਣਾ ਹੈ। ਠੀਕ ਹੈ, ਤਾਂ 4x ਵਿੱਚੋਂ 2x ਗਏ, 2x ਮਾਈਨਸ ਮਾਈਨਸ ਪਲੱਸ ਹੋ ਜਾਏਗਾ, ਸਿੰਬਲ ਮਾਈਨਸ ਵਾਲਾ ਹੀ ਰਹੇਗਾ। 10xyz ਕਿਉਂਕਿ 7 ਤੇ 3 10। ਹੁਣ 3y ਹੈ ਮਾਈਨਸ ਦਾ, ਉੱਤੇ ਤਾਂ 0y ਹੈ। ਠੀਕ ਹੈ, 3y ਮਾਈਨਸ ਦਾ ਅਤੇ 4z ਵੀ ਮਾਈਨਸ ਦਾ। ਇਹ ਆਪਣੇ ਕੋਲ ਫਾਈਨਲ ਆਨਸਰ ਆ ਗਿਆ। ਠੀਕ ਹੈ ਜੀ, ਇੱਕ ਕੁਐਸਚਨ ਹੋਰ ਟਰਾਈ ਕਰ ਲੈਂਦੇ ਹਾਂ ਇਸ ਦੇ ਵਿੱਚੋਂ। ਦੇਖੋ, ਇਸ ਕੁਐਸਚਨ ਨੂੰ ਦੇਖ ਕੇ ਘਬਰਾਉਣਾ ਨਹੀਂ, ਬਿਲਕੁਲ ਸਿੰਪਲ ਕੁਐਸਚਨ ਹੈ। ਇਹਦੇ 'ਚ ਤਾਂ ਕੋਈ ਟਰਮ ਵੀ ਚੇਂਜ ਨਹੀਂ ਕੀਤੀ ਜਿਹਦੇ ਜਗ੍ਹਾ ਅਸੀਂ 0 ਵਗੈਰਾ ਲਗਾਉਣਾ ਹੋਵੇ। ਸਿੰਪਲ ਪਲੱਸ ਮਾਈਨਸ ਹੀ ਹੈ, ਕੁਛ ਵੀ ਨਹੀਂ ਗਾ। ਠੀਕ ਹੈ, ਇਹ ਕੁਐਸਚਨ ਵੀ ਸਿੰਪਲ ਹੈ। 2ab ਵਿੱਚੋਂ 1ab ਚਲਾ ਜਾਏਗਾ, ab ਰਹਿ ਜਾਏਗਾ। ਆਪਾਂ ਸਿੰਪਲ ਸਿੱਧਾ ਹੀ ਕਰਕੇ ਵੇਖਦੇ ਹਾਂ ਇਹਨੂੰ। ਦੇਖੋ 2ab ਵਿੱਚੋਂ ab ਗਿਆ, ਹੁਣ ab ਦਾ ਨਿਸ਼ਾਨ ਪਲੱਸ ਦਾ, ਮਾਈਨਸ ਦਾ ਕਰ ਦਾਂਗੇ। 2 ਵਿੱਚੋਂ 1 ਗਿਆ, 1ab। ਠੀਕ ਹੈ, ਹੁਣ ਇਹ ਮਾਈਨਸ ਦਾ ਹੈ, 2bc ਅਤੇ abc ਪਲੱਸ ਦਾ ਹੈ, ਤਾਂ ਮਾਈਨਸ ਦਾ ਹੀ ਹੋ ਜਾਏਗਾ। ਇਹਦਾ ਨਿਸ਼ਾਨ ਵੀ ਬਦਲ ਕੇ ਮਾਈਨਸ ਦਾ ਹੋ ਜਾਏਗਾ, ਅਤੇ ਕਿੰਨਾ ਆ ਜਾਏਗਾ -3bc। ਸੋਲਵ ਕਰਕੇ ਦੇਖਣਾ। ਠੀਕ ਹੈ, ਉਸ ਤੋਂ ਬਾਅਦ 2cd ਪਲੱਸ ਦਾ ਹੈ, ਅਤੇ ਆਹ cd ਵੀ ਪਲੱਸ ਦਾ ਹੋ ਜਾਏਗਾ ਕਿਉਂਕਿ ਨਿਸ਼ਾਨ ਬਦਲ ਜਾਏਗਾ, ਅਤੇ ਕਿੰਨਾ ਆ ਜਾਏਗਾ +3cd। ਠੀਕ ਹੈ, ਅਤੇ ਆਹ -2abc ਹੈ, ਇਹ ਵੀ ਮਾਈਨਸ ਦਾ ਹੋ ਜਾਏਗਾ ਕਿਉਂਕਿ ਪਲੱਸ ਦਾ ਹੈ ਨਾ, ਮਾਈਨਸ ਦਾ ਬਦਲ ਜਾਏਗਾ, ਅਤੇ -3abc ਇਹ ਆਨਸਰ ਆ ਜਾਏਗਾ। ਠੀਕ ਹੈ, ਇਸੇ ਤਰੀਕੇ ਨਾਲ ਤੁਸੀਂ ਬਾਕੀ ਕੁਐਸਚਨ ਵੀ ਟਰਾਈ ਕਰਨੇ ਨੇ। ਜੇ ਕਿਤੋਂ ਪ੍ਰੋਬਲਮ ਆਉਂਦੀ ਹੈ ਤੁਸੀਂ ਮੈਨੂੰ ਜ਼ਰੂਰ ਪੁੱਛ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ। ਓਕੇ ਜੀ, ਅਗਲਾ ਕੁਐਸਚਨ ਹੈ, ਹੇਠਾਂ ਲਿਖੇ ਵਿਅੰਜਕਾਂ ਦੇ ਪਹਿਲਾਂ 2 ਵਿਅੰਜਕਾਂ ਨੂੰ ਜੋੜ ਕੇ ਤੀਸਰੇ ਵਿਅੰਜਕ ਨੂੰ ਘਟਾਓ। ਹੁਣ ਇਹ ਤੁਸੀਂ ਇਹ ਧਿਆਨ ਰੱਖਿਆ ਕਰੋ, ਕਿਸ ਨੂੰ ਘਟਾਉਣਾ ਹੈ ਉਹਨੂੰ ਐਂਡ 'ਤੇ ਰੱਖਣਾ ਹੈ। ਠੀਕ ਹੈ, ਉਹਨੂੰ ਘਟਾਉਣਾ ਹੈ ਵਿੱਚੋਂ, ਉਹਨੂੰ ਨਹੀਂ, ਉਹਦੇ ਵਿੱਚੋਂ ਨਹੀਂ ਕੁਝ ਘਟਾ ਦੇਣਾ। ਠੀਕ ਹੈ, ਜਿਵੇਂ ਆਪਾਂ ਪਹਿਲਾ ਕੁਐਸਚਨ ਹੀ ਕਰ ਲੈਂਦੇ ਹਾਂ। ਠੀਕ ਹੈ, 2ab + bc - cd ਇਹ ਪਹਿਲਾ ਵਿਅੰਜਨ ਹੈ। ਪਹਿਲੇ 2 ਵਿਅੰਜਕਾਂ ਨੂੰ ਜੋੜਨਾ ਹੈ, ਤਾਂ ਪਹਿਲਾਂ 2 ਵਿਅੰਜਕਾਂ ਨੂੰ ਅਸੀਂ ਜੋੜ ਲੈਂਦੇ ਹਾਂ। ਅੱਗੇ ਕੀ ਹੈ, abc ਨਹੀਂ ਹੈਗਾ ਇਹਦੇ ਕੋਲ, ਉਹਨੂੰ ਦੂਰ ਲਿਖਾਂਗੇ abc। ab ਤਰ੍ਹਾਂ ਹੈਗੀ ਕੋਈ ਸੰਖਿਆ, ਬਿਲਕੁਲ ਹੈਗੀ ਆ ਰਹੀ। ab ਨੂੰ 2ab ਦੇ ਨੀਚੇ ਲਿਖਾਂਗੇ, -2bc bc ਵਾਲੀ ਨੂੰ bc ਦੇ ਥੱਲੇ ਲਿਖਾਂਗੇ। cd ਵਾਲੀ ਕੋਈ ਨਹੀਂ ਹੈਗੀ ਤਾਂ 0cd, ਅਤੇ ਇਹਦੇ ਕੋਲ abc ਵਾਲੀ ਕੋਈ ਨਹੀਂ ਹੈਗੀ ਤਾਂ 0abc। ਠੀਕ ਹੈ, ਪਲੱਸ ਹੈ ਤਾਂ ਕੋਈ ਨਿਸ਼ਾਨ ਆਪਾਂ ਨਹੀਂ ਬਦਲਣੇ, ਇਹਨੂੰ ਅਸੀਂ ਸਿੰਪਲੀ ਜੋੜ ਦੇਣਾ ਹੈ। ਠੀਕ ਹੈ, ਤਾਂ 2ab ਵਿੱਚ 1ab ਜੁੜਿਆ, 3ab, 1bc ਪਲੱਸ ਦਾ ਹੈ, 2bc ਮਾਈਨਸ ਦਾ ਹੈ, ਤਾਂ ਕੀ ਆ ਗਿਆ -1bc ਰਹਿ ਗਿਆ। ਠੀਕ ਹੈ, 0cd ਨੂੰ ਇਗਨੋਰ ਕਰੋ, -cd ਆ ਜਾਏਗਾ, ਅਤੇ 0abc ਨੂੰ ਇਗਨੋਰ ਕਰਾਂਗੇ ਤਾਂ +abc ਆ ਜਾਏਗਾ। ਠੀਕ ਹੈ, ਇਹ ਆ ਗਿਆ ਰਿਜ਼ਲਟ। ਹੁਣ ਇਹ ਜਿਹੜਾ ਰਿਜ਼ਲਟ ਆਇਆ ਇਹਨੂੰ ਜੋੜ ਦਿੱਤਾ ਸੀ ਆਪਾਂ, ਦੋ ਪਹਿਲੀਆਂ ਜਿਹੜੀ ਵਿਅੰਜਕ ਸੀ ਇਹਨਾਂ ਨੂੰ ਜੋੜ ਦਿੱਤਾ ਸੀ, ਆ ਤੀਜਾ ਵਿਅੰਜਕ ਆ ਗਿਆ ਆਪਣੇ ਕੋਲ। ਇਹਦੇ ਵਿੱਚੋਂ ਜਿਹੜਾ ਇਹ ਰਿਜ਼ਲਟ ਆਇਆ ਇਹਨੂੰ ਦੁਬਾਰਾ ਲਿਖ ਲੈਂਦੇ ਹਾਂ। ਠੀਕ ਹੈ, +abc। ਇਹਦੇ ਵਿੱਚੋਂ ਆਪਾਂ ਤੀਸਰਾ ਵਿਅੰਜਕ ਘਟਾਉਣਾ ਹੈ, ਜਿਹੜਾ ਆਪਾਂ ਨੂੰ ਤੀਜਾ ਦਿੱਤਾ ਹੈ ਨਾ, ਇਹ ਵਾਲਾ। ਠੀਕ ਹੈ, ਤਾਂ ਇਹਨੂੰ ਅਸੀਂ ਮਾਈਨਸ ਕਰਨਾ ਇਹਦੇ ਵਿੱਚੋਂ, ਤਾਂ bc ਵਾਲੀ ਟਰਮ ਹੈ ਉਹਨੂੰ bc ਵਾਲੀ ਟਰਮ ਦੇ ਨੀਚੇ ਲਿਖਾਂਗੇ, ਅਤੇ ab ਵਾਲੀ ਟਰਮ ਨੂੰ ab ਵਾਲੀ ਟਰਮ ਦੇ ਨੀਚੇ ਲਿਖਾਂਗੇ। ਬਾਕੀ ਕੋਈ ਵੀ ਨਹੀਂ ਹੈਗੀ, ਭਾਵੇਂ 0 ਲਗਾ ਕੇ ਤੁਸੀਂ ਐਡ ਮਤਲਬ ਨਾਲ ਲਗਾ ਦਿਓ ਇਹਦੇ, ਜਿਵੇਂ ਕਿ 0cd ਅਤੇ +0abc, ਜਾਂ ਤੁਸੀਂ ਨਹੀਂ ਵੀ ਲਗਾਓਗੇ ਤਾਂ ਵੀ ਚੱਲੇਗਾ। ਠੀਕ ਹੈ, ਹੁਣ ਆਪਾਂ ਕੀ ਕਰਨਾ ਸੀ, ਘਟਾਉਣਾ ਹੈ। ਕਿਉਂਕਿ ਅਸੀਂ ਘਟਾਉਣਾ ਹੈ, ਘਟਾਉਣ ਲਈ ਆਪਾਂ ਨੂੰ ਕੀ ਕਰਨੇ ਪੈਣਗੇ, ਸਾਰੇ ਸਿੰਬਲ ਚੇਂਜ ਕਰਨੇ ਪੈਣਗੇ ਨੀਚੇ ਵਾਲੇ ਵਿਅੰਜਕ ਦੇ। ਤਾਂ ਇਹ +3abc ਇਹਨੂੰ ਮਾਈਨਸ ਦਾ ਕਰ ਦਾਂਗੇ, ਇਹ -2bc ਇਹਨੂੰ ਪਲੱਸ ਦਾ ਕਰ ਦਾਂਗੇ। ਜਦੋਂ ਇਸ ਨੂੰ ਘਟਾਇਆ, ਦੇਖੋ 3ab ਵਿੱਚੋਂ 3ab ਗਏ 0। ਠੀਕ ਹੈ, ਅਤੇ -bc ਅਤੇ +2abc, ਤਾਂ ਕਿੰਨਾ ਆ ਗਿਆ +bc, ਇੱਕ ਰਹਿ ਗਿਆ, -cd +abc, ਤਾਂ ਆਪਣਾ ਫਾਈਨਲ ਆਨਸਰ ਇਹ ਵਾਲਾ ਆ ਗਿਆ। ਤੁਸੀਂ ਚਾਹੋ ਤਾਂ 0 ਨੂੰ ਰੱਖ ਸਕਦੇ ਹੋ, ਚਾਹੋ ਤਾਂ 0 ਨੂੰ ਛੱਡ ਕੇ ਤੁਸੀਂ bc - cd
प्लस ABC, ये आंसर भी लिख सकते हो। ठीक है, हाँ जी। की ਕੀਤਾ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਪਹਿਲੇ ਦੋ ਵਿਅੰਜਕਾਂ ਨੂੰ ਜੋੜੋ, ਅਸੀਂ ਜੋੜ ਦਿੱਤਾ। ਜੋੜਨ ਲਈ ਅਸੀਂ ਨੀਚੇ ਵਾਲੇ ਵਿਅੰਜਕ ਦਾ ਕੋਈ ਵੀ ਸਿੰਬਲ ਚੇਂਜ ਨਹੀਂ ਕੀਤਾ, ਅਸੀਂ ਉਵੇਂ ਹੀ ਰੱਖਿਆ। ਠੀਕ ਹੈ, ਜੋੜ ਦਿੱਤਾ। ਜੋੜ ਕੇ ਜਿਹੜਾ ਰਿਜ਼ਲਟ ਆਇਆ ਉਸ ਨੂੰ ਅਸੀਂ ਇੱਥੇ ਰੱਖਿਆ। ਇੱਥੇ ਰੱਖਣ ਤੋਂ ਬਾਅਦ ਤੀਜਾ ਵਿਅੰਜਕ ਯਾਨੀ ਕਿ ਆਹ ਵਾਲਾ ਘਟਾਉਣਾ ਸੀ, ਇਸ ਨੂੰ ਅਸੀਂ ਘਟਾ ਦਿੱਤਾ ਸਮਾਨ ਵਿਅੰਜਕਾਂ ਨੂੰ ਇੱਕ ਦੂਜੇ ਦੇ ਉੱਪਰ ਥੱਲੇ ਰੱਖ ਕੇ। ਠੀਕ ਹੈ, ਅਤੇ ਕਿਉਂਕਿ ਘਟਾਉਣਾ ਸੀ ਇਸ ਲਈ ਸਾਨੂੰ ਨੀਚੇ ਵਾਲੇ ਵਿਅੰਜਕ ਦੇ ਸਾਰੇ ਟਰਮਸ ਦੇ ਜਿਹੜੇ ਕਿ ਸਿੰਬਲ ਬਦਲਣੇ ਪਏ। ਉਸ ਤੋਂ ਬਾਅਦ ਅਸੀਂ ਇਹਨੂੰ ਸੋਲਵ ਕਰ ਲਿਆ, ਸਾਡੇ ਕੋਲ ਆਨਸਰ ਆ ਗਿਆ, ਐਜ਼ ਈਜ਼ੀ ਐਜ਼ ਦੈਟ। ਠੀਕ ਹੈ, ਜੇ ਸਾਨੂੰ ਜੋੜ ਘਟਾਓ ਆਉਂਦੀ ਹੈ, ਦੋਵੇਂ ਚੀਜ਼ਾਂ ਆਉਂਦੀਆਂ, ਅਤੇ ਫਿਰ ਇਹ ਕੁਐਸਚਨ ਅਸੀਂ ਆਰਾਮ ਨਾਲ ਕਰ ਲਾਂਗੇ ਇਸ ਤਰ੍ਹਾਂ ਦੇ। ਠੀਕ ਹੈ, ਅਗਲਾ ਕੁਐਸਚਨ ਦੇਖ ਲੈਂਦੇ ਹਾਂ, ਇੱਕ ਕੁਐਸਚਨ ਹੋਰ। ਹਾਂਜੀ, ਕੁਐਸਚਨ ਨੰਬਰ ਅਸੀਂ ਕਰ ਲੈਂਦੇ ਹਾਂ 5th ਕਰ ਲੈਂਦੇ ਹਾਂ। ਠੀਕ ਹੈ, ਤਾਂ 5th ਕੁਐਸਚਨ ਹੈ 0.3 XY प्लस 0.2 YZ। ਇਹਦੇ ਵਿੱਚ ਜੋੜਨਾ ਕੀ ਹੈ 0.4 XY प्लस 0.3 ZX। ਹੁਣ ZX ਹੈ ਤਾਂ ਇਸ ਕਰਕੇ ਇਹਦੇ ਸਮਾਨ ਕੋਈ ਹੋਰ ਟਰਮ ਨਹੀਂ ਹੈਗੀ। ਠੀਕ ਹੈ, ਇਹਨੂੰ ਅਸੀਂ ਦੂਰ ਲਿਖਾਂਗੇ प्लस 0.3 ZX। ਇੱਥੇ ਕੁਛ ਵੀ ਨਹੀਂ ਹੈਗਾ ਤਾਂ 0 YZ ਵਰਗੀ ਕੋਈ ਟਰਮ ਨਹੀਂ ਹੈਗੀ ਤਾਂ 0 YZ ਲਿਖਤਾ। ਇੱਥੇ Z ਵਰਗੀ ਕੋਈ ਟਰਮ ਨਹੀਂ ਹੈਗੀ ਤਾਂ 0 ZX। ਠੀਕ ਹੈ, ਇਹਨਾਂ ਨੂੰ ਅਸੀਂ ਜੋੜਨਾ ਹੈ, ਜੋੜ ਦਿੰਦੇ ਹਾਂ। ਇਹ ਕਿੰਨਾ ਆ ਗਿਆ 0.7 XY प्लस 0.2 YZ प्लस 0.3 ZX। ठीक है, ਹੁਣ ਜਿਹੜਾ ਇਹ ਵਾਲਾ ਆਨਸਰ ਆਇਆ ਇਹਦੇ ਵਿੱਚੋਂ ਇਹਨੂੰ ਅਸੀਂ ਦੁਬਾਰਾ ਲਿਖ ਲੈਂਦੇ ਹਾਂ, ਰੀਰਾਈਟ ਕਰ ਲੈਂਦੇ ਹਾਂ 0.7 XY प्लस 0.2 YZ प्लस 0.3 ZX। ਇਹਦੇ ਵਿੱਚੋਂ ਮਾਈਨਸ ਕੀ ਕਰਨੀ ਹੈ ਤੀਸਰੀ ਟਰਮ ਕਿਹੜੀ ਹੈ ਇਹ ਵਾਲੀ। ਠੀਕ ਹੈ, 0.2 XY ਨੂੰ XY ਦੇ ਨੀਚੇ ਲਿਖਾਂਗੇ। ठीक है, उस तो अगली केड़ी है 0.2 YZ प्लस ZX वाली कोई टर्म नहीं हैगी, इस करके 0 ZX। हुण असीं की करांगे सिंबल चेंज करांगे, ये प्लस दी माइनस दा प्लस दी माइनस दा सिंबल इनू बना दांगे। हुण 0.7 चो 0.2 माइनस किते तो 0.5 XY। ठीक है, प्लस माइनस 0 ही हो गया क्योंकि 0.2 विचों 0.2 माइनस किया 0 YZ प्लस 0.3 विचों 0 घटाए 0.3 ZX। ठीक है, ये आंसर आ गया अपने को। हुण जिहड़ी 0 वाली टर्म है चाहो तो तुसी उसनू इग्नोर करके बाकी आंसर लिख सकते हो, चाहो तो तुसी इसनू एवें भी छड्ड सकते हो, इग्नोर कर सकते हो। ठीक है, जे तुसी चाहते हो तो आंसर नूं किवें लिख सकते हो 0.5 XY। आ वाली टर्म इग्नोर करती क्योंकि 0 ही है अकेली, कुछ भी नहीं लग्या नाल लग्या उन्होंने भी 0 इन्हें कर दिता तो आ की बन गई 0.3 ZX। ये आंसर आ गया। ठीक है, फाइनल ओके। ਇਹਦੇ ਨਾਲ ਦੇ ਜਿਹੜੇ ਕੁਐਸਚਨ ਹੈ ਤੁਸੀਂ ਆਪ ਟਰਾਈ ਕਰੋਗੇ, ਜੇ ਕਿਤੇ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ, ਕੁਐਸਚਨ ਨੰਬਰ ਲਿਖ ਕੇ ਤੁਸੀਂ ਮੈਨੂੰ ਦੱਸ ਦੇਣਾ, ਮੈਂ ਉਹਨੂੰ ਸੋਲਵ ਕਰਵਾ ਦਾਂਗੀ। ਓਕੇ, ਅਗਲਾ ਕੁਐਸਚਨ ਹੈ ਕਹਿੰਦੇ ਜੇਕਰ ਕਿਸੇ ਤ੍ਰਿਭੁਜ ਦੀਆਂ ਭੁਜਾਵਾਂ ਵਿਅੰਜਕਾਂ ਦੇ ਰੂਪ ਵਿੱਚ ਹੋਣ ਤਾਂ ਤ੍ਰਿਭੁਜ ਦਾ ਪਰਿਮਾਪ ਪਤਾ ਕਰੋ। ਕੋਈ ਤ੍ਰਿਭੁਜ ਹੈ, ਫੋਰ ਐਗਜ਼ਾਮਪਲ ਇੱਕ ट्रायंगल है। ठीक है, ਇਹਦੀ ਜਿਹੜੀ ਇੱਕ ਭੁਜਾ ਹੈ, ਮੰਨ ਲਓ ਆਹ ਵਾਲੀ ਭੁਜਾ ਹੈ x² माइनस 5x है। दूसरी भुजा है जी 5x प्लस 6 भी है नाल। ठीक है, दूसरी भुजा है 3 माइनस 3x² प्लस 7x। तो तीसरी भुजा है 11x² प्लस 8x माइनस 11। ये 3 भुजावां दित्तियां त्रिभुज दियां। सानू पता है कि कोई भी त्रिभुज है, मान लो
मान लो आ त्रिभुज है, यदि एक भुजा 5 सेंटीमीटर है, एक भुजा 4 सेंटीमीटर है, तो एक भुजा मान लो 6 सेंटीमीटर है। ठीक है, तो परिमाप की होंगे तीनों भुजावां का जोड़, यानी कि इस केस के विच कितना आ जाएगा 15 सेंटीमीटर। ठीक है, तो इस केस के विच उन्होंने की किया परिमाप पता करो, सानू पता है परिमाप की होंगे तीनों भुजावां का जोड़, तो इन्हों जोड़ देंगे असी। ठीक है, असी लिखांगे त्रिभुज दी पहली भुजा कितनी दिती है x² - 5x + 6। ठीक है, त्रिभुज दी दूसरी भुजा कितनी दिती है 3 - 3x² + 7x। ठीक है, त्रिभुज दी तीसरी भुजा कितनी दिती है 11x² + 8x - 11। ठीक है, हुण सानू की पता है कि त्रिभुज का परिमाप की होंगे की होंगे त्रिभुज का परिमाप तीनों भुजावां दा जोड़फल। ठीक है, यही होंगे। तो तीनों भुजावां किहड़ी है x² - 5x + 6, ये पहली भुजा है। दूसरी भुजा किहड़ी है आ वाली, इसनूं इस दे नीचे किस तरीके नाल लिखांगे टर्म्स के रूप में x² वाली दे नीचे x² वाली आ वाली आ गई -3x², तुहानूं कैसे सिंबल समेत लिखांगे x के नीचे वाली + 7x तो सिंपल के नीचे +3। फिर तीसरी भुजा किहड़ी है उन्होंने भी जोड़ देने नाल 11x² x² के नीचे x² वाली + 8x x के नीचे x वाली 8x ते नाल 11। ठीक है, इन्हां तीनों नूं जोड़ना, जोड़ देने। जोड़न का मतलब कि आप कोई भी निशान नहीं बदलना है ना, तो कितना आ जाएगा 11 प्लस द x भी प्लस द 1 भी 11 तो 1 12 12x² के 3x² माइनस किए क्योंकि माइनस द है ना 3x², 11 तो 1 12 12x² 3x² माइनस किए तो 9x²। ठीक है, हुण 7 तो 8 15x 15x के 5x माइनस किए प्लस 10x। ठीक है, तो 6 तो 3 9 9 प्लस द। ठीक है, तो 11 माइनस द तो कितना आ गया -2। ठीक है, तो त्रिभुज का परिमाप कितना आ गया अपने को 9x² + 10x - 2, ये फाइनल आंसर आ गया। ठीक है, अगे 10वां क्वेश्चन है बहुविकल्पी। तो पहला क्वेश्चन है कहते सॉरी कहते 7y - 5 y का गुणांक दसो। हुण y देखो आ लिखा है 7y - 5 y दे नाल की लगे 7 तो गुणांक क्या आ जाएगा अपने को 7 आ जाएगा। किहड़ी एक पदी है, एक पदी की होंगी है जिहदे च सिंगल टर्म होंगी है, कोई प्लस माइनस दे विच नाल नहीं पई होंगी। ठीक है, तो इन्हां विचों एक पदी किहड़ी है 3x⁻3 क्योंकि बाकियां दे विच वेखो प्लस है, इधर भी प्लस लग गया, इधर माइनस प्लस, सिर्फ आही है जिहदे नाल कुछ भी नहीं लग्या। ठीक है, सिंगल टर्म है सॉरी ओके। कहते दो पदी पहचानो, दो पदी च दो टर्म्स होणगियां एवें ते एक एवें दो लगियां होणगियां नाल विचकार कुछ प्लस माइनस पिया होएगा, तो दसो किस तरह ए वाली इस तरीके नाल पईयां होणगियां किहड़ी टर्म है आ वाली है क्योंकि इहदे च तो 3 है, अगली च 3 है, इहदे च 1 है, इहदे च भी 1 है, दो वाली किहड़ी है पहली है। ठीक है, तो ये आंसर आ गया। कहते हेठां लिखे व्यंजकों में 3 पदी दसो 3 जिहदे च 3 टर्म्स होणगियां, वैरी सिंपल आ गई। ठीक है, कहते हेठां दित्तियां विचों किहड़े समान पद हैं, समान जिहदे विच जिहड़ा एक गुणांक है तो एक जिहड़ी चल संख्या है नाल जिहड़ी चल संख्या है अचल वाला जिहड़ा पार्ट है आ बिल्कुल बराबर होवे। ठीक है, अलग ना होवे। तो देखो इहदे च x है, इहदे च y है अलग है, इहदे च x है x² अलग है, इहदे च x² है, इहदे च भी x² है सेम है,
ਇਹਦੇ 'ਚ ਤਾਂ ਹੈ ਹੀ ਨਹੀਂ ਕੁਝ ਅਲੱਗ ਹੀ ਬਣਿਆ ਹੋਇਆ। ਠੀਕ ਹੈ, ਤਾਂ ਆਪਣੇ ਕੋਲ ਆਂਸਰ ਕਿਹੜਾ ਆ ਜਾਏਗਾ? ਸੀ ਆਪਸ਼ਨ, ਕਿਉਂਕਿ ਇੱਧਰ ਵੀ ਐਕਸ ਸਕੁਏਅਰ ਵਾਲੀ ਹੈ, 3x ਸਕੁਏਅਰ ਦੇ ਵਿੱਚ ਵੀ ਐਕਸ ਸਕੁਏਅਰ ਹੀ ਲੱਗਿਆ। ਅੱਗੇ ਹੈ 2a ਮਾਈਨਸ b ਅਤੇ a ਮਾਈਨਸ 2b ਦਾ ਜੋੜ ਕੀ ਹੋਏਗਾ? ਕਰ ਲੈਂਦੇ ਹਾਂ ਜੀ। 2a ਮਾਈਨਸ b a ਮਾਈਨਸ 2b, ਇਹਦਾ ਜੋੜ ਕਰਨਾ ਹੈ। ਜੋੜ ਕਰਨ ਦਾ ਮਤਲਬ ਕੋਈ ਸਿੰਬਲ ਨਹੀਂ ਬਦਲਣਾ। 2a ਅਤੇ 1a 3a, b ਅਤੇ ਮਾਈਨਸ b ਅਤੇ ਮਾਈਨਸ 2b ਮਾਈਨਸ 3b, ਕਿੰਨਾ ਆ ਗਿਆ? 3a ਮਾਈਨਸ 3b, ਸੀ ਆਪਸ਼ਨ ਆ ਗਈ। ਠੀਕ ਹੈ, ਅੱਗੇ ਹੈ ਹੇਠਾਂ ਦਿੱਤਾ ਚਿੱਤਰ ਕਿਸ ਨੂੰ ਦਰਸਾਉਂਦਾ ਹੈ? ਦੇਖੋ 2 ਵਾਰੀ x ਹੈ, 2 ਵਾਰੀ x, ਤੁਹਾਨੂੰ ਦੱਸਿਆ ਸੀ ਵਾਰੀ ਦਾ ਮਤਲਬ ਗੁਣਾ ਹੁੰਦਾ ਹੈ, ਤੇ ਪਲੱਸ ਕੀ ਕੀਤਾ ਹੋਇਆ? 3 ਪਲੱਸ 3, ਤਾਂ ਕਿੰਨਾ ਆ ਗਿਆ? 2x ਪਲੱਸ 3। ਠੀਕ ਹੈ, ਬੀ ਆਪਸ਼ਨ ਆ ਗਈ। ਈਜ਼ੀ। ਓਕੇ, ਲੈਟਸ मूव टू द नेक्स्ट क्वेश्चन। व्यंजक 3x माइनस 5 की है? देखो 3x माइनस 5, एक टर्म इत्थे है, एक टर्म इत्थे है, विचकार माइनस का निशान है। कि ये एक दो पदी है, 2 टर्म्स है, एक टर्म आ रही एक टर्म आ रही, तो ये 2 पदी है। ठीक है, की है? 2 पदी, जिन्होंने असीं बाइनोमियल कह दिंदे आ। ओके, अगला क्वेश्चन है माइनस 5x प्लस 7xy व्यंजक के पद किहड़े किहड़े है? किहड़े किहड़े है? सिंपल गल है, प्लस माइनस नूं छड्ड के बाकी जिहड़े हुंदे आ ओह पद ही हुंदे आ। कितना आ गया? माइनस 5x ते दूजा किहड़ा है? 7xy प्लस दा। ठीक है, सिंबल ते भी ध्यान देना है। किहड़ा आ गया? सी ऑप्शन। ओके, सॉल्यूशन। अगला क्वेश्चन है ए बी माइनस बी सी माइनस ए सी माइनस ए बी ਨੂੰ जोड़ो। देखो की किया है, ए बी माइनस बी सी तो दिता ही सी, बी सी माइनस ए सी, हुण इहदे कोल ए सी वाली कोई टर्म नहीं सी इहदे कोल पहले वाले कोल, तां करके ए सी नूं असीं दूर रखिया, बी सी दे नीचे बी सी वाले नूं रखता। तीसरे दे विच ए बी वाली भी हैगी सी, ए सी वाली भी हैगी सी, बी सी वाली नहीं हैगी सी, इस करके इस जगह नूं असीं खाली रखिया, दूजे नूं असीं फिल कर दिता। ठीक है, हुण असीं इहनूं जोड़ना है, उन्होंने कहा जोड़ो, तो ए बी विचों ए बी गए 0, बी सी विचों बी सी गए 0, ए सी विचों ए सी गए 0, क्योंकि गए क्यों मैं कह रही हूँ, माइनस का क्वेश्चन तो है नहीं, उन्होंने क्या जोड़ता है, पर देखो सिंबल अलग है ना, ए माइनस का ए प्लस का, एक माइनस का एक प्लस का 0, एक माइनस का एक प्लस का 0, एक माइनस का एक प्लस का 0। ठीक है, तो फाइनल आंसर अपने को कितना आ गया? 0, ए ऑप्शन आ जाएगी। अगला है व्यंजक 3x माइनस 5 का मुल x बराबर 5 के उत्ते पता करो। ठीक है, की कह रहे हैं कि व्यंजक जिहड़ा है 3x माइनस 5 का मुल, हम x बराबर कितना रखना है? आप 5, x जिथे जिथे भी गए उत्थे उत्थे असीं 5 लगा देंगे, तो 3 दे नाल x गुणा सी, तो 3 दे नाल असीं 5 गुणा कर देंगे, नाल की है 5 माइनस दे विच है, 3 5 15, 15 विचों 5 माइनस किया, तो अपने कोल कितना आ गया? 10, बी ऑप्शन आ गई। ठीक है जी, उम्मीद है तुहानूं एक्सरसाइज समझ आई होगी। जो तुहानूं एक्सरसाइज समझ आई है तो तुसीं इस वीडियो नूं लाइक करो, अपने फ्रेंड्स के नाल शेयर करो, साडे चैनल नूं सबसक्राइब करो, तां जो तुहानूं होर अपडेट्स मिलते रहन। थैंक यू सो मच।